ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਪ ਆਦ ਸਚ ਜੁਗਾਦ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ ਆਦ ਸਚ ਜੁਗਾਦ ਸਚ ਹੈ ਭੀ ਸਚ। ਨਾਨਕ ਹੋਸੀ ਭੀ ਸਚ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਚਰਨ ਸ਼ਰਨ ਵਿੱਚ ਸ਼ੋਭਾਇਮਾਨ ਗੁਰੂ ਸਵਾਰੇ ਸਤ ਸੰਗੀ ਜਨੋ, ਜਿਵੇਂ ਸਨਮਾਨਯੋਗ ਭਾਈ ਸਾਹਿਬ ਭਾਈ ਨਰਿੰਦਰ ਸਿੰਘ ਜੀ ਨੇ ਆਪ ਜੀ ਨੂੰ ਇਸ ਵਰੇ ਦੇ ਸਮਾਗਮਾਂ ਦਾ ਵੇਰਵਾ ਸੰਖੇਪ ਵਿੱਚ ਦੇ ਦਿੱਤਾ ਹੈ। ਆਪਾਂ ਪਿਛਲੇ ਕੁਝ ਸਾਲਾਂ ਤੋਂ ਹਰ ਸਾਲ ਇਸ ਮਹੀਨੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਅਨੰਨ ਗੁਰਸਿੱਖ 6 ਪਾਤਸ਼ਾਹੀਆਂ ਦੇ ਦੀਦਾਰ ਕਰਨ ਹਾਰੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਗ੍ਰੰਥੀ ਸਾਹਿਬ ਜੀ ਸੱਚ ਏਵੇ ਗੁਰਬਾਣੀ ਕੁਰਬਾਨੀ ਔਰ ਸ਼ਸਤਰਧਾਰੀ ਜੁਝਾਰੂ ਸਮਾਂ ਯੁੱਗ ਉਹਨਾਂ ਆਪਣੀਆਂ ਅੱਖਾਂ ਨਾਲ ਦੇਖਿਆ। 3 ਸ਼ਬਦ ਮੈਂ ਫਿਰ ਰਿਪੀਟ ਕਰ ਲੱਗਾ। ਗੁਰਬਾਣੀ, ਉਹਨਾਂ ਨੇ ਹਜ਼ੂਰ ਨੂੰ ਗੁਰਬਾਣੀ ਉਚਾਰਨ ਕਰਦਿਆਂ ਸੁਣਿਆ ਤੇ ਅੱਖਾਂ ਨਾਲ ਦੇਖਿਆ। ਬਾਬਾ ਬੁੱਢਾ ਸਾਹਿਬ ਜੀ ਨੇ 5 ਗੁਰੂ ਸਾਹਿਬਾਨ ਨੂੰ ਉਹਨਾਂ ਨੇ ਆਪਣੇ ਨੇਤਰਾਂ ਨਾਲ ਗੁਰੂ ਅਰਜਨ ਦੇਵ ਜੀ ਨੂੰ ਕੁਰਬਾਨੀ ਦੇਣ ਲੱਗਿਆਂ ਵਿਦਾਇਗੀ ਦਿੱਤੀ, ਆਪਣੇ ਨੇਤਰਾਂ ਨਾਲ ਜਾਂਦਿਆਂ ਦੇਖਿਆ। ਗੁਰਬਾਣੀ ਕੁਰਬਾਨੀ ਤੇ ਤੀਸਰਾ ਸ਼ਬਦ ਦਾਸ ਨੇ ਵਰਤਿਆ ਹੈ ਕਿ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਤਨ ਤੇ ਸ਼ਸਤਰ ਸਜਾਏ ਤੇ ਹਜ਼ੂਰ ਨੂੰ ਮੈਦਾਨ ਫਤਿਹ ਕਰਦਿਆਂ ਹੋਇਆਂ ਵੀ ਉਹਨਾਂ ਦੇਖਿਆ। ਮੇਰੇ ਕਹਿਣ ਤੋਂ ਮੁਰਾਦ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਉਹਨਾਂ ਦੀ ਸਿਮਰਤੀ ਵਿੱਚ ਹਰ ਸਾਲ ਇਹ ਵਿਸ਼ੇਸ਼ ਦੀਵਾਨ ਆਯੋਜਿਤ ਕੀਤੇ ਜਾਂਦੇ ਨੇ। ਪਰ ਇਸ ਵਰੇ ਗੁਰੂ ਨਾਨਕ ਸਾਹਿਬ ਜੀ ਦੇ
550ਵੇਂ ਜਾਂ 550 ਸਾਲਾ ਆਗਮਨ ਗੁਰਪੁਰਬ ਨੂੰ ਸਮਰਪਿਤ ਇਹ ਸਮਾਗਮ ਨਾਲ ਆਯੋਜਿਤ ਕੀਤੇ ਗਏ ਨੇ। ਜਿਵੇਂ ਭਾਈ ਸਾਹਿਬ ਜੀ ਨੇ ਦੱਸਿਆ, ਹਰ ਸਾਲ ਸਤਿਗੁਰੂ ਜਿੰਨੀ ਕੁ ਸੋਝੀ ਬਖਸ਼ਦੇ ਆ, ਆਪਾਂ ਹਜ਼ੂਰ ਦੀ ਅੰਮ੍ਰਿਤ ਬਾਣੀ ਵਿੱਚੋਂ ਵਿਚਾਰ ਕਰਨੇ ਖਾਂ। ਇਸ ਬਾਰੇ ਮਨ 'ਚ ਸੀ ਕਿ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪੁਰਬ ਹੈ ਤੇ ਸ਼ਾਇਦ 14 ਦਿਨ ਮੈਨੂੰ ਕਿਤੇ ਵੀ ਇੱਕ ਥਾਂ ਤੇ ਨਿੱਠ ਕੇ ਨਾ ਮਿਲਣ, ਕਿਉਂਕਿ ਭਾਵੇਂ ਯੂਰਪ ਵਿੱਚ ਵੀ ਜਾਵਾਂ 2 ਦਿਨ ਇੱਕ ਮੁਲਕ, 3 ਦਿਨ ਇੱਕ ਮੁਲਕ, ਪਰ ਇੱਥੇ 14 ਕੁ ਦਿਨ ਆਪਾਂ ਨੂੰ ਨਿੱਠ ਕੇ ਮਿਲ ਗਏ ਆ। ਆਪਾਂ ਸਾਰਿਆਂ ਨੇ ਰਲ ਕੇ ਗੁਰੂ ਨਾਨਕ ਸਾਹਿਬ ਜੀ ਦੇ ਜਪ ਦੀ ਵਿੱਚੋਂ ਉਸਤਤ ਕਰਨੀ ਹੈ। ਮੈਂ ਆਪ ਨੂੰ ਅਰਥ ਨਹੀਂ ਕੋਈ ਸਿਖਾਣੇ, ਮੈਂ ਫਿਰ ਬੇਨਤੀ ਕਰਾਂਗਾ, ਆਪਾਂ ਸਾਰਿਆਂ ਨੇ ਰਲ ਕੇ ਬਾਬਾ ਜੀ ਦੇ ਸਿਫਤ ਦੇ ਗੀਤ ਗਾਉਣੇ ਆ। ਆਓ ਅੱਜ ਅਸੀਂ ਆਰੰਭਤਾ ਕਰਾਂਗੇ। ਕੱਲ ਤੋਂ 2 ਪੌੜੀਆਂ 3 ਪੌੜੀਆਂ ਜਿਵੇਂ ਚੱਲੇਗਾ, ਪਰ ਆਪਣਾ ਮਰਕਜ਼ ਇਹ ਹੋਵੇਗਾ ਕਿ ਵੱਧ ਤੋਂ ਵੱਧ ਜਿੰਨੀ ਕੁ ਦਾਤੇ ਸੋਝੀ ਦਿੱਤੀ, ਅਸੀਂ ਹਜ਼ੂਰ ਦੇ ਅੱਖਰੀ ਅਰਥਾਂ ਨੂੰ ਵਿਚਾਰ ਸਕੀਏ ਤੇ ਸੰਗਤ ਸੁਣੇ। ਮੈਂ ਜੇ ਬੋਲਾਂ ਮੈਂ ਵੀ, ਜਦੋਂ ਸਾਨੂੰ ਅਰਥਾਂ ਦੀ ਸਮਝ ਪੈ ਜਾਏਗੀ ਨਾ, ਤੇ ਸੱਚ ਇਹ ਵੇ ਪਾਠ ਕਰਨ ਵਿੱਚ ਰਸ ਪਹਿਲਾਂ ਵੀ ਹੈ। ਜਦੋਂ ਅਰਥ ਦੀ ਸਮਝ ਪੈ ਜਾਏਗੀ ਤੇ ਹਜ਼ੂਰ ਦੇ ਬਚਨ ਹੋਰ ਵੀ ਸਾਡੇ ਤੁਰ ਅੰਦਰ ਧਸ ਜਾਣਗੇ। ਆਪ ਅਸੀਸ ਬਖਸ਼ੋ ਅੱਜ ਆਰੰਭਤਾ ਤੇ, ਜਿਤਨੇ ਹਜ਼ੂਰ ਦੇ ਚਰਨਾਂ ਵਿੱਚ ਆਪ ਉਪਸਥਿਤ ਹੋ ਜਾਂ ਆਪ ਘਰਾਂ ਵਿੱਚ ਦੇਸ਼ ਵਿਦੇਸ਼ ਬੈਠੇ ਇਸ ਅਸਥਾਨ ਤੋਂ ਇਸ ਸਮਾਗਮ ਨੂੰ ਦੇਖ ਰਹੇ ਹੋ, ਸੁਣ ਰਹੇ ਹੋ, ਅੱਜ ਆਰੰਭਤਾ ਹੈ। ਇਸ ਕਰਕੇ ਮੈਂ 2-4 ਮਿੰਟ ਆਪ ਜੀ ਦੇ ਇਹ ਲਏ ਆ। ਗੁਰੂ ਅਰਜੁਨ ਦੇਵ ਜੀ ਨੇ ਜਿਸ ਵਕਤ ਤਰਤੀਬ ਦਿੱਤੀ ਹੈ ਤੇ ਸਭ ਤੋਂ ਪਹਿਲਾਂ ਜਿਹੜੀ ਬਾਣੀ ਦਰਜ ਕੀਤੀ, ਉਸ ਬਾਣੀ ਨੂੰ 2 ਸ਼ਬਦ ਅਸੀਂ ਆਪਣੇ ਕੋਲੋਂ ਦੇਨੇ ਆ। ਇੱਕ ਸ਼ਬਦ ਹਜ਼ੂਰ ਦਾ ਹੈ, ਬਾਣੀ ਹੈ ਜਪ। ਅਸੀਂ ਅਦਬ ਸਹਿਤ ਇਸ ਬਾਣੀ ਨੂੰ ਜਪ ਜੀ ਸਾਹਿਬ ਕਹਿੰਦੇ ਹਾਂ। ਆਪ ਜੀ ਦੀ ਜਾਣਕਾਰੀ ਲਈ ਪਿਛਲੇ ਸਾਲਾਂ 'ਚ ਵੀ ਦਾਸ ਨੇ ਬੇਨਤੀ ਕੀਤੀ ਸੀ ਕਿ ਅਸਲ 'ਚ ਕੁਝ ਪੁਰਾਤਨ ਹਸਤ ਲਿਖਤ ਜਿਹੜੇ ਸਵਰੂਪ ਨੇ, ਇਸ ਬਾਣੀ ਦਾ ਨਾਮ ਉਹਨਾਂ ਸਵਰੂਪਾਂ ਦੇ ਵਿੱਚ ਜਪ ਨਿਸ਼ਾਨ ਹੈ। ਫਿਰ ਬੇਨਤੀ ਹੈ, ਪੁਰਾਤਨ ਜਨਮ ਸਾਖੀ ਵਾਲਾ ਕਹਿੰਦਾ, ਤਬ ਬਾਬਾ ਬੋਲਿਆ ਜਪ ਮਹੱਲਾ ਪਹਿਲਾ, ਜਪ ਆਸਾ ਮਹੱਲਾ ਪਹਿਲਾ। ਪਰ ਆਪਾਂ ਜੋ ਸਾਡੇ ਕੋਲ ਸਵਰੂਪ 'ਚ ਇਸ ਬਾਣੀ ਦਾ ਨਾਮ ਜਪ ਨਿਸ਼ਾਨ ਹੈ। ਥੋੜੇ ਜਿਹੇ ਦੇ ਅਰਥ ਭਾਵੇਂ ਦਾਸ ਨੇ ਬਹੁਤ ਵਾਰ ਕੀਤੇ ਆ। ਜੇ ਸਾਨੂੰ ਗੁਰੂਦੇਵ ਨੇ ਸਰਲੇਖ ਦਿੱਤਾ ਹੈ ਤੇ ਗੁਰਬਾਣੀ ਦੇ ਹਰ ਸਲੇਖ, ਆਵਾਜ਼ ਠੀਕ ਸੀ ਪਹਿਲਾਂ, ਗੁਰਬਾਣੀ ਦੇ ਹਰ ਸਰਲੇਖ ਦੇ ਜਿਹੜੇ ਅਰਥ ਨੇ ਉਹ ਵੀ ਬਹੁਤ ਗਹਿਰੇ ਆ। ਜਿਵੇਂ ਅਸੀਂ ਆਨੰਦ ਸਾਹਿਬ ਕਹਿੰਦੇ ਆ, ਸੁਖਮਨੀ ਸਾਹਿਬ ਕਹਿੰਦੇ ਆ, ਜਾਂ ਸੱਦ ਦੀ ਆਪਾਂ ਕਥਾ ਕੀਤੀ ਇੱਥੇ। ਹੁਣ ਜਿਹੜਾ ਜਪ ਨਿਸ਼ਾਨ ਹੈ, ਇਹਦੇ ਬਾਰੇ ਵਿਦਵਾਨਾਂ ਨੇ ਆਪਣੀ ਆਪਣੀ ਰਾਏ ਦਿੱਤੀ ਤੇ ਇਹ ਵੀ ਬੇਨਤੀ ਆਰੰਭ 'ਚ ਆਪ ਸੰਗਤ ਨੂੰ, ਆਪਾਂ ਜਿਤਨੀ ਵੀ ਕਥਾ ਕਰਾਂਗੇ, ਪਰ ਮੈਂ ਜ਼ਰੂਰ ਆਪ ਤੋਂ ਸਿੱਖਾਂਗਾ, ਕਿਉਂਕਿ ਮੈਂ ਕਿਸੇ ਵੀ ਅਰਥ ਵਿੱਚ ਆਪਣਾ ਦਾਅਵਾ ਨਹੀਂ ਪੇਸ਼ ਕਰਨਾ, ਕਿਉਂਕਿ ਇਸ ਦੇ ਅਰਥ ਅਸੀਂ ਮੁਕੰਮਲ ਨਹੀਂ ਕਰ ਸਕਾਂਗੇ। ਉਹ ਮੈਂ ਨਾਲ ਨਾਲ ਬੇਨਤੀ ਕਰੀ ਜਾਵਾਂਗਾ। ਕਿਉਂਕਿ ਸਭ ਤੋਂ ਜ਼ਿਆਦਾ ਜਪਜੀ ਸਾਹਿਬ ਦੇ ਅਰਥ ਹੋਏ ਆ। ਸਭ ਤੋਂ ਵੱਧ ਜੇ ਟੀਕੇ ਨੇ ਤੇ ਜਪਜੀ ਸਾਹਿਬ ਦੇ ਨੇ। ਦੂਸਰੀ ਗੱਲ ਕਿ ਸਭ ਤੋਂ ਜ਼ਿਆਦਾ ਕਥਾ ਜੇ ਕਿਸੇ ਅਨ ਮਤ ਵਾਲਿਆਂ ਨੇ ਵੀ ਕੀਤੀ, ਉਹਨਾਂ ਨੇ ਜਪਜੀ ਸਾਹਿਬ ਦੀ ਕੀਤੀ ਹੈ। ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਮੁਤਾਬਕ ਕਿ ਕਰਤਾਰਪੁਰ
ਰੋਜ਼ ਗੁਰੂ ਨਾਨਕ ਸਾਹਿਬ ਅੰਮ੍ਰਿਤ ਵੇਲੇ ਆਪ ਜਪਜੀ ਸਾਹਿਬ ਦਾ ਪਾਠ ਸੰਗਤ ਨੂੰ ਸੁਣਾਉਂਦੇ ਸਨ। ਭਾਈ ਸਾਹਿਬ ਨੇ ਸ਼ਬਦ ਲਿਖਿਆ ਹੈ ਜਿਹੜਾ ਅਸੀਂ ਪਾਠ ਕਰਨੇ ਆ। ਫਿਰ ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਕਲ ਉਤਾਰਾ, ਪਹਿਰ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਅਵਤਾਰਾ, ਬਾਣੀ ਮੁਖੋਂ ਉਚਾਰੀਐ, ਹੋਏ ਰੁਸ਼ਨਾਈ ਮਿਟੇ ਅੰਧਿਆਰਾ। ਉਸ ਵਿੱਚ ਇੱਕ ਬਚਨ ਹੈ ਕਿ ਸੋ ਦਰ ਆਰਤੀ ਗਾਵੀਐ, ਅੰਮ੍ਰਿਤ ਵੇਲੇ ਜਾਪ ਉਚਾਰਾ। ਗੁਰੂ ਨਾਨਕ ਸਾਹਿਬ ਅੰਮ੍ਰਿਤ ਵੇਲੇ ਸ਼ਬਦ ਖਾਸ ਕਰਕੇ ਭਾਈ ਸਾਹਿਬ ਨੇ ਵਰਤਿਆ। ਅੰਮ੍ਰਿਤ ਵੇਲੇ ਜਾਪ ਉਚਾਰਾ, ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਕੀਤਾ ਜਾਂਦਾ ਹੈ। ਇਹ ਵੀ ਅਸੀਂ ਦੇਖਾਂਗੇ ਕਿ ਹਜ਼ੂਰ ਅੰਮ੍ਰਿਤ ਵੇਲੇ ਵਾਹਿਗੁਰੂ ਸ਼ਬਦ ਵੀ ਸੁਣਾਉਂਦੇ ਆ। ਇੱਕ ਪਾਠ ਹੁੰਦਾ ਭਾਈ ਗੁਰਦਾਸ ਸਾਹਿਬ ਦਾ, ਸਤਨਾਮ ਸਤ ਰੂਪ ਕਰ, ਸਤਿਗੁਰ ਨਾਨਕ ਦਿਓ ਜਪਾਇਆ, ਧਰਮਸ਼ਾਲ ਕਰਤਾਰਪੁਰ, ਸਾਧ ਸੰਗਤ ਸੱਚਖੰਡ ਵਸਾਇਆ। ਤੇ ਨਾਲ ਅੱਗੇ ਸ਼ਬਦ ਕਹਿੰਦੇ ਨੇ ਵਾਹਿਗੁਰੂ ਗੁਰ ਸ਼ਬਦ ਸੁਣਾਇਆ। ਫਿਰ ਬੇਨਤੀ, ਸਾਡੇ ਕੋਲ ਇਹ ਉਦਾਹਰਨਾਂ ਨੇ ਪੁਰਾਤਨ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਇਸ ਜਪ ਸਾਹਿਬ ਦੀ ਕਥਾ ਗੁਰੂ ਸਾਹਿਬਾਨ ਨੇ ਵੀ ਕੀਤੀ ਹੈ। ਖਾਸ ਕਰਕੇ ਸਾਡੇ ਕੋਲ ਤਵਾਰੀਖ ਵਿੱਚ, ਇਤਿਹਾਸ ਵਿੱਚ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਜ਼ਿਕਰ ਹੁੰਦਾ ਹੈ, ਜਿਨ੍ਹਾਂ ਨੇ ਕਸ਼ਮੀਰ ਜਾਂਦਿਆਂ ਆਪ ਰਸਤੇ ਵਿੱਚ ਪੂਰੇ ਜਪ ਸਾਹਿਬ ਦੀ, ਜਪਜੀ ਸਾਹਿਬ ਦੀ ਕਥਾ ਕੀਤੀ। ਪਰ ਜਿਸ ਦਿਨ ਕਥਾ ਦਾ ਭੋਗ ਪਿਆ, ਇਹ ਮੈਂ ਸ਼ਬਦ ਕਈ ਸਾਲ ਪਹਿਲਾਂ ਬੇਨਤੀ ਕਰਕੇ ਗਿਆ, ਰਿਪੀਟ ਹੋ ਰਹੀ ਗੱਲ। ਜਿਸ ਵਕਤ ਭੋਗ ਪਿਆ ਤੇ ਸੰਗਤ ਨੇ ਸ਼ੁਕਰਾਨੇ ਵਜੋਂ ਹਜ਼ੂਰ ਦੇ ਚਰਨਾਂ 'ਚ ਬੇਨਤੀ ਕੀਤੀ ਕਿ ਮਹਾਰਾਜ ਆਪ ਜੀ ਨੇ ਜਪਜੀ ਸਾਹਿਬ ਦੇ ਅਰਥ ਵਿਆਖਿਆ ਕੀਤੀ ਤੇ ਸਤਿਗੁਰੂ ਨੇ ਭੋਗ ਵੇਲੇ ਜਿਹੜੇ ਸ਼ਬਦ ਵਰਤੇ ਉਹ ਸੁਣਨ ਵਾਲੀਆਂ ਨੇ ਦੋ ਤੁਕਾਂ। ਗੁਰਬਿਲਾਸ ਵਿੱਚ ਲਿਖਿਆ ਹੈ ਪਾਤਸ਼ਾਹੀ ਛੇਵੀਂ ਵਿੱਚ, ਬਹੁਰ ਸ਼੍ਰੀ ਮੁਖ ਬਚਨ ਪਖਾਨੋ। ਇਹਦਾ ਮਤਲਬ ਫਿਰ ਗੁਰੂ ਹਰਗੋਬਿੰਦ ਸਾਹਿਬ ਮੁਖ ਤੋਂ ਬੋਲੇ, ਅਰਥ ਯਾਹੇ ਗੁਰੂ ਨਾਨਕ ਜਾਨੋ। ਜਿੰਨੀ ਸਮਝ ਪਈ ਅਸੀਂ ਅਰਥ ਕਰ ਦਿੱਤੇ, ਪਰ ਸਾਧ ਸੰਗਤ ਜੀ ਇਸ ਬਾਣੀ ਦੇ ਮੁਕੰਮਲ ਅਰਥਾਂ ਨੂੰ ਧੰਨ ਗੁਰੂ ਨਾਨਕ ਸਾਹਿਬ ਜੀ ਜਾਣੇ। ਮੇਰੇ ਕਹਿਣ ਤੋਂ ਮੁਰਾਦ ਕਿ ਜਪਜੀ ਸਾਹਿਬ ਦਾ ਪਾਠ ਗੁਰੂ ਗ੍ਰੰਥ ਸਾਹਿਬ ਵਿੱਚ ਸਭ ਤੋਂ ਪਹਿਲਾਂ ਹੈ। ਥੋੜਾ ਜਿਹਾ ਇਹਦੇ ਸਰਲੇਖ ਸੰਬੰਧੀ ਮੈਂ ਬੇਨਤੀ ਕਰ ਦਿਆਂਗਾ। ਬਾਣੀ ਅਸੀਂ ਜਪ ਜੀ ਸਾਹਿਬ ਵੀ ਕਹਿੰਦੇ, ਅਸਲ 'ਚ ਤਤਕਰੇ ਵਿੱਚ ਹੈ ਸ਼ਬਦ ਜਪ ਨੀਸਾਨ। ਮੈਂ ਬੇਨਤੀ ਕੀਤੀ, ਮਹਾਂਪੁਰਖਾਂ ਨੇ, ਵਿਦਵਾਨਾਂ ਨੇ, ਸਾਰਿਆਂ ਨੇ ਯਤਨ ਕੀਤਾ ਵੀ ਇਸ ਸ਼ਬਦ ਦੀ ਘੋਖ ਵਿੱਚ ਉਂਝ ਨਿਸ਼ਾਨ ਸ਼ਬਦ ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ ਵਿੱਚ ਵੀ ਵਰਤਿਆ ਹੈ। ਗਾਵੇ ਕੋ ਦਾਤ ਜਾਣੈ ਨਿਸ਼ਾਨ, ਤਿੱਥੈ ਸੋਣ ਪੰਚ ਪ੍ਰਵਾਨ, ਨਦਰੀ ਕਰਮ ਪਵੈ ਨਿਸ਼ਾਨ ਸ਼ਬਦ ਵਰਤਿਆ। ਉੱਥੇ ਨਿਸ਼ਾਨ ਦਾ ਅਰਥ ਚਿੰਨ੍ਹ ਹੈ। ਪਰ ਕੁਝ ਵਿਦਵਾਨ ਕਹਿੰਦੇ ਆ ਕਿ ਉਹਨਾਂ ਨੇ 5 ਅਰਥ ਇਸ ਸ਼ਬਦ ਦੇ ਲੱਭੇ। ਵੈਸੇ ਤਾਂ ਬਹੁਤ ਅਰਥ ਨੇ। ਇੱਕ ਨਿਸ਼ਾਨ ਦਾ ਲਫ਼ਜ਼ੀ ਅਰਥ ਹੈ ਜੀ ਨਗਾਰਾ। ਜਿਹੜਾ ਆਪਾਂ ਨਗਾਰਾ ਵਜਾਉਂਦੇ ਆ, ਇਸ ਨੂੰ ਵੀ ਨਿਸ਼ਾਨ ਕਿਹਾ ਜਾਂਦਾ ਹੈ। ਦੂਸਰਾ ਨਿਸ਼ਾਨ ਦਾ ਅਰਥ ਹੈ ਧੁਜਾ, ਝੰਡਾ, ਫਲੈਗ, ਜਿਵੇਂ ਆਪਾਂ ਨਿਸ਼ਾਨ ਸਾਹਿਬ ਕਹਿੰਦੇ। ਤੀਸਰਾ ਨਿਸ਼ਾਨ ਦਾ ਅਰਥ ਹੈ ਚਿੰਨ੍ਹ, ਕਿ ਆਹ ਨਿਸ਼ਾਨੀ ਪੈ ਗਈ, ਨਿਸ਼ਾਨ ਪੈ ਗਿਆ। ਤੇ ਸੱਚ ਇਹ ਵੇ, ਚੌਥਾ ਨਿਸ਼ਾਨ ਦਾ ਅਰਥ ਹੈ ਕਿ ਸਾਈਨ ਕਰਨੇ, ਸਿਗਨੇਚਰ ਕਰਨੇ, ਸਹੀ ਪਾਣੀ। ਤੇ ਪੰਜਵਾਂ ਨਿਸ਼ਾਨ ਦਾ ਲਫ਼ਜ਼ੀ ਅਰਥ ਹੈ ਜੀ ਰਾਹਦਾਰੀ। ਬੇਨਤੀ ਸੁਣਿਓ ਗੁਰਮੁਖੋ, ਇਹਦਾ ਮਤਲਬ ਨਿਸ਼ਾਨ ਦਾ ਅਰਥ ਨਿਸ਼ਾਨੀ, ਸਾਈਨ ਕਰਨੇ, ਝੰਡਾ, ਨਗਾਰਾ ਤੇ ਰਾਹਦਾਰੀ। ਰਾਹਦਾਰੀ ਬੜਾ ਪੁਰਾਣਾ ਸ਼ਬਦ ਹੈ। ਅਸਲ 'ਚ ਇੱਕ ਨੇ ਵਿਦਵਾਨ ਨੇ ਅਰਥ ਕੀਤੇ, ਕਹਿੰਦੇ ਨੇ ਇੰਜ ਪ੍ਰਤੀਤ ਹੁੰਦਾ ਹੈ। ਪ੍ਰਤੀਤ ਹੁੰਦਾ ਹੀ ਕਿਹਾ, ਦਾਵਾ ਨਹੀਂ ਬੰਨਿਆ। ਕਿਉਂਕਿ ਬਾਣੀ ਵਿੱਚ ਆਪਾਂ ਜਿਉਂ-ਜਿਉਂ ਜਪਜੀ ਸਾਹਿਬ ਪੜ੍ਹਾਂਗੇ ਤੇ ਸੱਚ ਇਹ ਵੇ, ਆਪ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਸੱਚਮੁੱਚ ਵਾਰ-ਵਾਰ ਕੁਰਬਾਨ ਜਾਓਗੇ। ਇੰਨੀ ਨਿਰਮਾਣਤਾ ਪੂਰੇ ਜਪ 'ਚ ਕਿਤੇ ਦਾਵਾ ਨਹੀਂ। ਦੱਸ ਸਭ ਕੁਝ ਦਿੱਤਾ, ਪਰ ਕੋਈ ਦਾਵਾ ਨਹੀਂ ਕੀਤਾ ਮੈਂ ਸਭ ਕੁਝ ਜਾਣ ਗਿਆ। ਜਿਵੇਂ ਅਸੀਂ ਦੂਜੀ ਪੌੜੀ 'ਚ ਪੜ੍ਹਾਂਗੇ ਕਿ ਹੁਕਮੀ ਹੋਵਣ ਆਕਾਰ, ਇਹ ਸਮਝ ਕਹਿ ਕੇ ਹੁਕਮ ਨਾਲ ਸਭ ਕੁਝ ਬਣਿਆ, ਪਰ ਦਾਵਾ ਨਹੀਂ ਕੀਤਾ ਹੁਕਮ ਨਾ ਕਹਿਆ ਜਾਏ। ਫਿਰ ਬੇਨਤੀ, ਬੜੇ ਸ਼ਬਦ ਅੱਗੇ ਸਾਰੇ ਆਉਣਗੇ। ਜੇ ਖਾਉ ਜਾਣਾ
आखा नाही, दावा नहीं बनिया। जे खो जाना आखा नाही, क्यों जी? कहना कथन ना जाई, कोई दावा नहीं। जदों असीं पाठ करांगे महाराज जी दा कि कुदरत कवन कहा विचार, वारिया ना जावा एक बार। इस तोक नूं कुदरत दा अर्थ ते शक्ति, मेरे कोल की ताकत मैं परमात्मा तेरी इस अद्भुत लीला बारे जबान तो कुछ बोल सका। दावा नहीं कोई। इसे तरह जदों पाठ अगे करांगे आपां ते एक बचन आएगा दातार जी का, सा लाही सा लाहे पर एती सुरत। पर मैं शब्द अर्थ ਲਈ ਵਰਤੇ, सा लाही सा लाहे एती सुरत ना पाइया नदियां अतै वाह पवै समुंद ना जानिए। इसे विच बचन अगे आउणगे, अंत ना सिफती कहण ना अंत, अंत ना करने दे ना अंत। महाराज बख्शिश कर रहे हैं, मेरे कहण तो मुराद दावा नहीं कोई बनते, पर वो आंदे ने इस तरह प्रतीत हुंदा है कि जिहड़ा निशान लफ्ज कहे जप नाल निशान, कि ਇਹਦਾ अर्थ ਉਹ ਰਾਹਦਾਰੀ ਕਰਦੇ ਆ कि जिमें किसी का समान भी ठीक होवे ते उस कोल राहदारी भी होवे, उस नूं रस्ते विच कोई रोक के पुछण दा यतन करे भी ये समान की, वो पेपर दिखा दे, राहदारी दिखा दे, ते सचमुच राहदारी देख के ओदा राह कोई नहीं रोकदा। जिस कोल गुरु नानक साहब दे जप दी राहदारी कहे, परमात्मा दी दरगाह विच ओदा राह कोई नहीं रोकदा। उन्होंने कहा निशान का अर्थ राहदारी। मैं थोड़ा जा बेनती आप नूं होर करके आप अर्थां वल चलने खां। दूसरी गल कि जपजी साहब आरंभ विच, नितनेम दे आरंभ विच, गुरु ग्रंथ साहब दे आरंभ विच, अमृती बाणी दे आरंभ विच, ते सच ये वे कि जिन्हां ने कदी जपजी साहब नहीं पढ़िया, मैं कल भी क्या उत्थे गुरु घर काफ़ी संगत इंडिया तो नवे वीर आए, बच्चे आए, उन्होंने दे माता पिता आए। मैं कहूँगा जिसने कदी भी जपजी साहब ने ना पढ़िया, ਉਹਦਾ 550 ਸਾਲਾ ਪੁਰਬ ਇਹ ਮਨਾਇਆ ਜਾਣਾ ਵੀ ਅੱਜ ਤੋਂ ਬਾਅਦ ਮੈਂ ਸਾਰੀ ਜ਼ਿੰਦਗੀ ਕਦੀ ਅੰਮ੍ਰਿਤ ਵੇਲੇ ਜਪਜੀ ਸਾਹਿਬ ਦਾ ਪਾਠ ਨਹੀਂ ਛੱਡਣਾ। ਬਸ ਚੇਤੇ ਰੱਖਿਓ, ਸਮਝੋ ਗੁਰੂ ਨਾਨਕ ਸਾਹਿਬ ਦਾ ਅਸੀਂ ਪੁਰਬ ਮਨਾ ਲਿਆ। ਇੱਕ ਹੈ ਜਪਜੀ ਬੋਲ ਕੇ ਕਰਨਾ, ਦੂਸਰਾ ਹੈ ਬੋਲਣ ਤੋਂ ਬਾਅਦ ਉਹਨੂੰ ਕੰਠ ਕਰ ਲੈਣਾ ਜ਼ਬਾਨੀ, ਤੀਸਰਾ ਹੈ ਕਿ ਜਪਜੀ ਸਾਹਿਬ ਦਾ ਪਾਠ ਸੁਰਤ ਨਾਲ ਕਰਨਾ। ਵਾਹਿਗੁਰੂ ਜੀ ਇਸ ਨੂੰ ਫਿਰ ਹਾਲਾਂਕਿ ਪੜ੍ਹਦਿਆਂ ਵੀ ਆਪਾਂ ਸੁਰਤ ਟਿਕਾਣੇ, ਪਰ ਮਨ ਇੰਨਾ ਚੰਚਲ ਹੈ, ਕਈ ਵਾਰੀ ਅੱਖਾਂ ਅੱਖਰ ਦੇਖਦੀਆਂ ਨੇ ਤੇ ਜ਼ਬਾਨ ਚਲੰਤ ਹੁੰਦੀ ਏ, ਉਹ ਅੱਖਰਾਂ ਨੂੰ ਦੇਖਦਿਆਂ ਚਲੰਤ ਜ਼ਬਾਨ ਸਾਰਾ ਜਪਜੀ ਸਾਹਿਬ ਗੁਟਕਾ ਸਾਹਿਬ ਤੋਂ ਪੋਥੀ ਸਾਹਿਬ ਤੋਂ ਪੜ੍ਹ ਜਾਂਦੀ ਹੈ, ਪਰ ਮਨ ਕਈ ਵਾਰੀ ਗੈਰ ਹਾਜ਼ਰ ਰਹਿੰਦਾ ਹੈ। ਪੜ੍ਹਿਆ ਜਾਂਦਾ ਹੈ, ਕੋਈ ਸ਼ੱਕ ਨਹੀਂ, ਕਿਉਂਕਿ ਚਲੰਤ ਹੈ ਪਾਠ। ਦੂਸਰੀ ਗੱਲ, ਕਈ ਵਾਰੀ ਅਸੀਂ ਗੁਟਕਾ ਸਾਹਿਬ ਤੋਂ ਨਹੀਂ ਕਰਦੇ, ਸਿਰਫ ਅਸੀਂ ਜ਼ਬਾਨੀ ਪਾਠ ਕਰਨੇ ਆ, ਪਾਠ ਉਦੋਂ ਵੀ ਚਲੰਤ ਹੈ ਤੇ ਮਨ ਇੰਨਾ ਚਲਾਕ ਹੈ, ਹੁਣ ਅੱਖਾਂ ਕੰਮ ਨਹੀਂ ਕਰ ਰਹੀਆਂ ਕਿਉਂਕਿ ਜ਼ਬਾਨ ਪਾਠ ਜ਼ਿਹਨ ਚ ਕੰਠ ਹੈ। ਸਾਡੇ ਦਿਮਾਗ ਵਿੱਚੋਂ ਜ਼ਿਹਨ ਵਿੱਚੋਂ ਉਹ ਪਾਠ ਜੋ ਚੇਤਾ ਸ਼ਕਤੀ ਚ ਪਿਆ ਉਹ ਤੁਕਾਂ ਨਿਕਲ ਗਈਆਂ, ਜ਼ਬਾਨ ਬੋਲੇਗੀ ਤੇ ਮਨ ਕਈ ਵਾਰੀ ਬੇਈਮਾਨੀ ਕਰਕੇ ਵਿੱਚੋਂ ਗੈਰ ਹਾਜ਼ਰ ਹੋ ਜਾਂਦਾ ਹੈ। ਪਾਠ ਹੋ ਰਿਹਾ ਪਰ ਮਨ ਹਾਜ਼ਰ ਨਹੀਂ। पर मैं एक बेनती करांगा कि उंज वैसे इनू साधन लई तां 9 दरवाजे बंद करके अंदर काबू आउंदा है। गुरु साहिब जी ने बचन भी कीता है कि जे ये साधे जान, ये बंद हो जान, जिन्हों असी पाठ करने आ, गुरद खलाई मोरी जित मिर्ग परत है चोरी, मूंद लिए दरवाजे बाजियले अनहद बाजे। भाई साहब कहते चरम दृष्ट मूंद पेख है द्रिब दृष्ट कह, नाद बाद पर अनहत लिब लावे। भाई गुरदास साहब कहते चम वाली दृष्टि बंद हो जाए तो अंदरों ब्रह्म वाली दृष्टि अपने आप पैदा हो जाएगी। पर फिर भी सिमरन करते हैं, जे मान लो सानू जबानी कंठ है जपजी साहब, अभ्यास वैसे करना चाहिए, ये अगे जप शब्द आएगा उत्थे मैं बेनती करना आप सुरत नाल पाठ करिए। जबान भी नहीं चल रही, अखां अखर नहीं देख रही, गल्लां दो ने, एक दिमाग विच पए कोई शब्द ने, दूजा सुरत ने उन्होंने वाचना है। कई बारी जबान बोलती होवे ते सच्ची मुच्ची मन विचों निकल जाता है, पर गुरमुखो जे आपां जबान वाला दरवाजा बंद कर दईए,
ਸਿਰਫ ਜ਼ੇਨ ਵਿੱਚੋਂ ਸੁਰਤ ਰਾਹੀਂ ਉਹਨਾਂ ਅੱਖਰਾਂ ਦਾ ਜਾਪ ਕਰੀਏ। ਜਿੱਥੇ ਧਿਆਨ ਉਖੜੇਗਾ ਉਸ ਤੋਂ ਅੱਗੇ ਤੁਕ ਸਾਡੀ ਚੱਲ ਨਹੀਂ ਸਕਣੀ, ਕਿਉਂਕਿ ਨਾ ਤਾਂ ਜ਼ਬਾਨ ਕੰਮ ਕਰ ਰਹੀ ਤੇ ਨਾ ਅਸੀਂ ਅੱਖਾਂ ਨਾਲ ਦੇਖ ਰਹੇ ਹਾਂ। ਦੂਸਰੀ ਗੱਲ, ਇਸ ਜਾਪ ਸ਼ਬਦ ਦਾ ਪਾਠ, ਇਸ ਬਾਣੀ ਦਾ ਗੁਰਮੁਖਾਂ ਮਹਾਂਪੁਰਖਾਂ ਨੇ ਅਨੇਕਾਂ ਨੇ, ਮੈਂ ਕਿਸ ਕਿਸ ਦਾ ਨਾਂ ਲਵਾਂ, ਸਿੱਖ ਜਗਤ 'ਚ ਮਹਾਨ ਸੂਰਬੀਰਾਂ ਨੇ ਇਸ ਦੇ ਸੈਂਕੜੇ ਸੈਂਕੜੇ ਪਾਠ ਰੋਜ਼ ਕੀਤੇ ਆ। ਇੱਥੋਂ ਤੱਕ ਸਿਰਫ ਇੱਕ ਉਦਾਹਰਨ, ਬਾਬਾ ਬੁੱਢਾ ਸਾਹਿਬ ਜੀ ਬਾਰੇ ਅਸੀਂ ਹਰ ਸਾਲ ਪੜ੍ਹਨੇ ਕਿ ਬਾਬਾ ਜੀ ਨੇ ਜਦੋਂ ਅੰਮ੍ਰਿਤ ਵੇਲੇ ਚੋਲਾ ਤਿਆਗਿਆ ਤੇ ਉਹਨਾਂ ਨੇ ਗੁਰੂ ਹਰਗੋਬਿੰਦ ਸਾਹਿਬ ਦੇ ਸਨਮੁਖ ਜਿੰਨੀ ਸੰਗਤ ਬੈਠੀ ਸੀ ਉੱਚੀ ਆਵਾਜ਼ ਵਿੱਚ ਬੋਲ ਕੇ ਜਪਜੀ ਸਾਹਿਬ ਦਾ ਪਾਠ ਕਰਕੇ ਭੋਗ ਪਾਇਆ ਸੀ। ਫਿਰ ਉਹਨਾਂ ਨੇ ਸਰੀਰ ਤਿਆਗਿਆ। ਮੈਂ ਬੇਨਤੀ ਕਰਾਂ, ਚਾਂਦਨੀ ਚੌਂਕ 'ਚ ਅਸੀਂ ਅੱਜ ਚੌਂਕ ਦੇਖਨੇ ਆ ਜਿੱਥੇ ਭਾਈ ਮਤੀ ਦਾਸ ਜੀ ਦੇ ਸਰੀਰ ਦੇ ਆਰੇ ਨਾਲ 2 ਖੰਡ ਕੀਤੇ, 2 ਟੁਕੜੇ ਕੀਤੇ। ਸਾਡੀ ਤਵਾਰੀ ਕਹਿੰਦੀ ਹੈ ਕਿ ਉਹਦੇ ਟੁਕੜਿਆਂ ਵਿੱਚੋਂ ਵੀ ਜਪਜੀ ਸਾਹਿਬ ਦੀ ਆਵਾਜ਼ ਆਉਂਦੀ ਰਹੀ। ਭਾਈ ਸੰਤੋਖ ਸਿੰਘ ਨੇ ਲਿਖਿਆ, ਅਰਧੋ ਉਰਦ ਚਰਾਏ ਸੋਦਾਰਾ, ਪਰਿਓ ਪ੍ਰਿਥਵੀ ਪਰ ਖਵੈ ਦੁਐ ਫਾਰਾ, ਦੋਨੋਂ ਤਨ ਤੇ ਜਪਜੀ ਪੜੈ, ਹੇਰਤ ਸਭ ਕੈ ਅਚਰਜ ਬੜੈ। ਦੂਸਰੀ ਗੱਲ, ਦੂਸਰੇ ਦਿਨ ਗੁਰੂ ਤੇਗ ਬਹਾਦਰ ਸ਼ਹੀਦ ਹੁੰਦੇ। 10 ਨਵੰਬਰ 1675 ਨੂੰ 3 ਸਿੱਖ ਸ਼ਹੀਦ ਹੁੰਦੇ ਆ। 11 ਨਵੰਬਰ 1675 ਨੂੰ ਦੁਪਹਿਰ ਦੇ ਵੇਲੇ ਗੁਰੂ ਤੇਗ ਬਹਾਦਰ ਸਾਹਿਬ ਸ਼ਹਾਦਤ ਤੋਂ ਪਹਿਲਾਂ ਸੀਸਗੰਜ ਦੇ ਥੱਲੇ ਪਿੱਛੇ ਖੂਹੀ ਹੈ, ਉੱਥੇ ਇਸ਼ਨਾਨ ਕਰਦੇ ਆ। ਬੋਰਡ ਥੱਲੇ ਆਉਂਦੇ ਨੇ, ਬੈਠਦੇ ਨੇ। ਉਸ ਵਕਤ ਕਾਜੀ ਨੂੰ, ਜਲਾਦ ਨੂੰ, ਦਰੋਗੇ ਨੂੰ ਸਿਰਫ ਇੱਕੋ ਸ਼ਬਦ ਕਹਿੰਦੇ ਆ ਕਿ ਅਸੀਂ ਜਪ ਦਾ ਪਾਠ ਸ਼ੁਰੂ ਕਰਾਂਗੇ, ਜਦੋਂ ਸਮਾਪਤੀ ਕਰਕੇ ਅਕਾਲ ਦੇ ਸਨਮੁਖ ਸੀ ਝੁਕਾਵਾਂਗੇ, ਤੁਸੀਂ ਆਪਣੀ ਤਲਵਾਰ ਦਾ ਵਾਰ ਕਰ ਲੈਣਾ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸੱਚਮੁੱਚ ਸ਼ਹੀਦ ਹੋਣ ਤੋਂ ਪਹਿਲਾਂ ਜਪਜੀ ਸਾਹਿਬ ਦਾ ਪਾਠ ਆਪਣੀ ਰਸਨਾ ਤੋਂ ਕੀਤਾ। ਖੈਰ, ਮੈਂ ਜ਼ਿਆਦਾ ਡਿਟੇਲ 'ਚ ਨਹੀਂ। ਜਪਜੀ ਸਾਹਿਬ ਦੀ ਆਰੰਭਤਾ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਜਿਸ ਮੂਲ ਮੰਤਰ ਕਹਿੰਦੇ ਆ, ਮੰਗਲ ਕਹਿੰਦੇ ਆ, ਇਸ ਤੋਂ ਕੀਤੀ ਹੈ। ਸਭ ਤੋਂ ਪਹਿਲਾਂ ਦਾਤਾਰ ਜੀ ਨੇ, ਜਿਸ ਨੂੰ ਸਿੱਖ ਨੇ ਪੂਜਣਾ ਹੈ, ਜਿਸ ਨੂੰ ਗੁਰੂ ਗ੍ਰੰਥ ਸਾਹਿਬ ਦੇ ਸੇਵਾਦਾਰ ਨੇ, ਬਾਣੀ ਪੜ੍ਹਨ ਵਾਲੇ ਨੇ, ਜਿਹਦੀ ਉਪਾਸਨਾ ਕਰਨੀ ਹੈ। ਆਖਰ ਉਹ ਕੌਣ ਹੈ, ਉਹਦੇ ਗੁਣ ਕੀ ਨੇ, ਉਹਦੇ ਲੱਛਣ ਕੀ ਨੇ? ਸਭ ਤੋਂ ਪਹਿਲਾਂ ਸਤਿਗੁਰਾਂ ਨੇ ਇੱਥੇ ਬਖਸ਼ਿਸ਼ ਕੀਤੀ ਤੇ ਸਭ ਤੋਂ ਪਹਿਲਾ ਸ਼ਬਦ ਕਹੇ, ਬਚਨ ਕਹੇ, ਇੱਕ ਓੰਕਾਰ। ਮੈਂ ਬੇਨਤੀ ਕਰਾਂਗਾ, ਆਪਾਂ ਸ਼ਾਇਦ ਅੱਜ ਐਦਕੀ ਸਾਖੀਆਂ ਜਾਂ ਇਤਿਹਾਸ ਦੇ ਅੱਗੇ ਵੀ ਮੈਂ ਯਤਨ ਕਰਨਾ ਘੱਟ, ਕਿਉਂਕਿ ਆਪਣਾ ਧਿਆਨ ਸਿਰਫ ਅਰਥਾਂ ਵੱਲ ਹੋਣਾ। ਹੁਣ ਇੱਕ ਇਹਦਾ ਪਾਠ ਜੋ ਸਾਨੂੰ ਉਚਾਰਨ ਕਰਾਇਆ ਗਿਆ, ਇੱਕ ਓੰਕਾਰ, 3 ਹਿੱਸਿਆਂ 'ਚ ਪਾਠ ਹੁੰਦਾ, ਏਕਮਕਾਰ ਨਹੀਂ, ਇੱਕ ਓੰਕਾਰ। ਹੁਣ ਜਿਹੜਾ ਇਹ ਆਰੰਭਤਾ ਹੈ, ਇਹ ਅੱਖਰ ਤੋਂ ਨਹੀਂ, ਬੇਨਤੀ ਹੈ, ਅੱਖਰ ਤੋਂ ਨਹੀਂ। ਠੀਕ ਹੈ, ਅਸੀਂ ਓੰਕਾਰ ਜਦੋਂ ਪੜ੍ਹਨੇ ਆ ਤੇ ਸਾਡੇ ਗੁਰਮੁਖੀ ਵਿੱਚ ਜਿਹੜਾ ਊੜਾ ਹੈ ਉਹਨੂੰ ਖੁੱਲ੍ਹਾ ਕਰਕੇ ਗੁਰਦੇਵ ਨੇ ਓਂਗ ਦੀ ਆਵਾਜ਼ ਦੇ ਦਿੱਤੀ ਤੇ ਉੱਤੇ ਜਿਹੜੀ ਲਕੀਰ ਖਿੱਚੀ ਹੈ ਉਹਦਾ ਅਸੀਂ ਉਚਾਰਨ ਕਾਰ ਕਰਨੇ ਹਾਂ। ਇਹ ਸੰਸਕ੍ਰਿਤ ਦਾ ਪਛੇਤਰ ਕਿਹਾ ਜਾਂਦਾ ਵੈਸੇ, ਪਰ ਜੋ ਹਜ਼ੂਰ ਨੇ ਆਰੰਭਤਾ ਕੀਤੀ ਉਹਨਾਂ ਨੇ ਇੱਕ ਤੋਂ ਕੀਤੀ। ਇਹ ਆਪ ਨਾਲ ਕਈ ਵਾਰੀ ਸਾਂਝ ਪਾਈ ਹੈ। ਓਮ ਸ਼ਬਦ, ਓਮਕਾਰ ਸ਼ਬਦ, ਓੰਗ ਸ਼ਬਦ, ਇਹ ਪੂਰਬ ਦੇ ਧਰਮ ਗ੍ਰੰਥਾਂ ਵਿੱਚ ਬਹੁਤ ਵਰਤਿਆ ਹੈ ਤੇ ਗੁਰੂ ਗ੍ਰੰਥ ਸਾਹਿਬ ਵਿੱਚ ਇਹਦੀ ਭਰਪੂਰ ਵਰਤੋਂ ਕੀਤੀ ਗਈ। ਓਮ ਸ਼ਬਦ ਵੀ ਵਰਤਿਆ, ਓਮ ਨਮੋ ਭਗਵੰਤ ਗੁਸਾਈ। ਗੁਰੂ ਗ੍ਰੰਥ ਸਾਹਿਬ ਵਿੱਚ ਓਨਮ ਅੱਖਰ ਕਰੋ ਵਿਚਾਰ, ਜਾਂ ਸਤਿਗੁਰੂ ਕਹਿੰਦੇ ਆ ਓੰਕਾਰ ਆਦ ਮੈਂ ਜਾਨਾ। ਇਹ ਸ਼ਬਦ ਦੀ ਓੰਕਾਰ, ਓਮ, ਓਨਮ, ਇਹ ਸ਼ਬਦ ਵਰਤੇ। ਤੇ ਗੁਰੂ ਗ੍ਰੰਥ ਸਾਹਿਬ ਅੰਦਰ ਸਤਿਗੁਰਾਂ ਨੇ ਸੱਚ ਇਹ ਵੇ ਕਿ ਇੱਕ ਓੰਕਾਰ ਦੀ ਥਾਂ ਤੇ ਜ਼ਿਆਦਾਤਰ ਸ਼ਬਦ ਏਕੰਕਾਰ ਵਰਤਿਆ ਹੈ। ਫਿਰ ਬੇਨਤੀ ਸੁਣਿਓ, ਅਸੀਂ ਜਦੋਂ ਪਾਠ ਕਰਨੇ ਆ ਕਿ ਜਲ ਥਲ ਮਈਲ ਪੂਰਿਆ, ਸੁਆਮੀ ਸਿਰਜਣਹਾਰ, ਅਨਕ ਭਾਂਤ ਹੋਏ ਪਸਰਿਆ ਨਾਨਕ, ਏਕੰਕਾਰ। ਸੱਚ ਇਹ ਉੱਥੇ ਏਕੰਕਾਰ ਸ਼ਬਦ ਵਰਤਿਆ ਹੈ। ਜੋ ਸਾਨੂੰ ਪੜ੍ਹਾਇਆ ਗਿਆ ਉਹ ਹੈ ਇੱਕ ਓੰਕਾਰ। ਸਭ ਤੋਂ ਪਹਿਲਾਂ ਬੇਨਤੀ ਜੀ,
इस गल नूं हालांकि इहदी कोई मुकम्मल व्याख्या नहीं कर सकेगा। सब तो पहला सतगुरां ने गिनती विच, वैसे विद्वान कहते ने संज्ञावाचक है, संख्यावाचक नहीं, सब तो पहला एक लिया। आपां जपजी साहिब दे पाठ भी देखांगे, जिहड़ा एक असीं उचारण करने आ वो अखरां विच भी आया, ईड़ी नूं सिहारी ते कक्के नूं औंकड़ एक। एक पाठ हुंदा ईड़ी नूं सिहारी कक्के नूं सिहारी एक, ईड़ी नूं सिहारी कक्का मुक्ता। हुण पाठ तां इस एक ही है ना, पर सतगुरां ने ओंकार तो पहला मैं बेनती करांगा एक लिखिया ते पूरे गुरु ग्रंथ साहिब विच सैकड़े वारी इस शब्द की वरतों की। 33 वारी तां गुरप्रसाद तक जिहड़ा मुकम्मल आया। एक ओंकार सतगुर प्रसाद 523 24 बार आया। एक ओंकार सतनाम करतापुर गुरप्रसाद भी आया। मेरे कहण तो मुराद गुरुदेव ने इस एक ओंकार की वरतों गुरु ग्रंथ साहिब दे विच सैकड़े वारी कीती, पर सैकड़े वारी सारियां थावां ते सरलेख रूप विच कीती। जिथे मंगल आया ना जी, चलो हैडिंग शब्द ना वरता, मंगल रूप विच कीती। पर इस दा कारण की जिहड़ा ओम शब्द है इहदे बारे बड़े अर्थ किए जाते, पर मैं बिल्कुल कंपैरेटिव स्टडी अनुसार नहीं करने, तुलनात्मक अध्ययन अनुसार नहीं करने। मेरी इच्छा है भी सौखे अर्थ मैनू भी समझ पै जान ते संगत की सेवा कर सकां। हुण जिहड़ा शब्द ओम है इहदा अर्थ खुशी होवे, जय जयकार होवे, जी आयां नूं भी कहा गया। ते पूर्व दे ग्रंथ जदों कोई लिखदा सी ते इस अखर नूं शुभ जान के इहदे तो शुरुआत की जाती सी, बिनती है। हुण ये शब्द जिहड़ा ओम है ये ब्रह्मवाचक भी आया है। इत्थे याद रखियो, खुशी होवे जी आया नहीं असीं अर्थ करांगे ओम दे। इत्थे ओम इहदे अर्थ मैं कर लगा एक ओंकार। पहला शुरू करांगे ओंग तो फिर एक दी गल करने। हुण जिहड़ा ये ओम शब्द है ये ब्रह्मवाचक है। विद्वान कहते आ भी गुरुदेव ने एक क्यों ना ला दिता। चलो ये ब्रह्मवाचक शब्द से ईवन के गुरु ग्रंथ साहिब विच इहदा मैरज की, काफ़ी वरतों की। होया कि व्याख्या करदियां करदियां इस ओंग शब्द नूं जोड़ा ब्रह्मवाचक सी, ब्रह्मवाचक समझ के परमात्मा दा लायक ओदी लखायक ओदी नाद की कीता ऋषियां विद्वानां ने इस ओम लफ्ज़ दी धुनी नूं लमका के, साउंड नूं लमका के इहदे 3 टुकड़े कर दिते। फिर बिनती जिवें ओम वो कहंदे ने ऐड़ा ऊड़ा ते मम्मा, ये 3 धुनी दे 3 टुकड़े बना दिते। ओम ऐड़ा ऊड़ा ते मम्मा जदों सनाद दे साउंड दे 3 टुकड़े कीते, इस ओम दे अर्थ पलट के उन्होंने कर दिते, ये शब्द ब्रह्मा विष्णु और महेश का लखायक है। फिर बेनती समझियो, वो 3 देवते च वंड दिता। हालांकि गुरु नानक साहब अगे बचन करनगे एका माई जुगत व्याई, 3 चेले परवान, एक संसारी एक भंडारी एक लाए दीवान। असी पढ़ांगे जदों 5वीं पौड़ी गुर ईश्वर गुरु गोरख ब्रह्मा गुर पार्वती माई। हुण उन्हां की कीता जी, इस नाद दे इस साउंड दे 3 टुकड़े बना दिते भी ये ब्रह्मा विष्णु और महेश देवतियां दा लखायक है। गुरु साहिब जी ने देखा, कईयां ने फिर ये अर्थ किते ये रजगुण तम गुण और सतगुण का लखायक है। ये माया दे 3 गुणा वो भी 3 गुण ही ने। गुरु साहिब जी ने सब तो पहली कृपा की, उन्होंने ओम शब्द जिहड़ा है उन्होंने ब्रह्मवाचक रखद्या होया इस तो पहला संख्या वह संज्ञावाचक पर गिनती तो आई ना, उथे एक लिख दिता, एक पा दिता। बहुत कमाल की महाराज जी ने। सब तो पहला खालसा जी तुहाडा अध्यात्मकवाद विच न्यारापन एक ओंकार तो शुरू हो जाता है। एक लिखा महाराज जी ने, अखरां च नहीं लिखिया। सतगुरु ने संख्या वरती। मैं बेनती की, व्याकरण जानने वाले पता है संज्ञावाचक संख्या वरती एक। इहदा कारण एक विद्वान कहता जदों तुसी अखरां दा शब्द बनाते हो तो समय दे नाल कई वारी बंदे शब्दां दे अखरी अर्थ अपनी मर्जी दे कर जाते हैं। इस नूं फिर सुनियो, जिवें मैं हुण शब्द बोलिया कि ईड़ी नूं सिहारी कक्के नूं औंकड़ एक, पढ़िया तो एक है ना जी, ये आवेगा बाणी च। इस एक दे अर्थ होणगे एक वचन,
ਇੱਕ ਪਰਮਾਤਮਾ, ਇੱਕ ਕਿਸੇ ਚੀਜ਼ ਲਈ ਵੀ। ਜਦੋਂ ਇਹ ਪਾਠ ਕਰਾਂਗੇ ਈੜੀ ਨੂੰ ਸਿਹਾਰੀ, ਕੱਕੇ ਨੂੰ ਸਿਹਾਰੀ, ਉਚਾਰਨ ਤਾਂ ਇੱਕ ਹੈ ਨਾ, ਪਰ ਸ਼ਬਦ ਅਰਥ ਬਦਲ ਗਿਆ, ਕਿਉਂਕਿ ਇੱਥੇ ਇੱਕ ਦਾ ਅਰਥ ਹੋ ਜਾਏਗਾ ਕਈ। ਇੱਕ ਨਾ ਹੁਕਮੀ ਬਖਸ਼ੀਸ, ਇੱਕ ਹੁਕਮੀ, ਉਹ ਈੜੀ ਨੂੰ ਸਿਹਾਰੀ, ਕੱਕੇ ਨੂੰ ਸਿਹਾਰੀ ਹੈ ਜੀ ਉੱਥੇ। ਹੁਣ ਉੱਥੇ ਇੱਕ ਲਫ਼ਜ਼ ਹੈ ਉਚਾਰਨ 'ਚ, ਪਰ ਅਰਥ ਉਹ ਬਦਲ ਗਿਆ। ਮੈਂ ਬੇਨਤੀ ਕਰਾਂਗਾ, ਸ਼ਬਦ ਜਿਹੜਾ ਹੈ ਉਚਾਰਨ ਇੱਕ ਰੱਖਦਾ ਪਰ ਅਰਥ ਚੇਂਜ ਕਰ ਜਾਂਦਾ। ਇੱਕ ਵਾਰ ਇੱਥੇ ਅਰਜ਼ ਕੀਤੀ ਸੀ ਮੈਂ, ਚਲੋ ਰਿਪੀਟ ਕਰ ਲੱਗਾ। ਅਸੀਂ ਪਾਠ ਕਰਨੇ ਆ, ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ, ਤੇਰੇ ਭਗਤ ਸਲਾਹਣ ਤੁਧ ਜੀ। ਹੁਣ ਆਪਾਂ ਪਾਠ ਕੀਤਾ, ਪਹਿਲਾਂ ਕੀਤਾ ਤੇਰੀ ਭਗਤ, ਫਿਰ ਪਾਠ ਕੀਤਾ ਤੇਰੇ ਭਗਤ, ਤੇ ਸਵਾਲ ਮਨ ਚ ਉੱਠੇਗਾ ਵੀ ਭਗਤ ਨਾਲ ਤੇਰੀ ਵੀ ਇਸਤਰੀ ਲਿੰਗ ਵੀ ਕਹਿ ਦਿੱਤਾ ਤੇ ਤੇਰੇ ਪੁਲਿੰਗ ਬਹੁਵਚਨ ਵੀ ਕਹਿ ਦਿੱਤਾ। ਹੁਣ ਉੱਥੇ ਫਿਰ ਸ਼ਬਦ ਨੂੰ ਜਾਣਨ ਵਾਲਾ ਦੱਸੇਗਾ ਕਿ ਜਿੱਥੇ ਤੇਰੀ ਭਗਤ ਆਉਂਦਾ ਉਚਾਰਨ ਇੱਕੋ ਵੇ, ਪਰ ਉੱਥੇ ਭਗਤ ਦੇ ਤੱਤੇ ਨੂੰ ਸਿਹਾਰੀ ਹੈ, ਇਹਦਾ ਅਰਥ ਹੈ ਤੇਰੀ ਭਗਤੀ। ਤੇ ਜਿੱਥੇ ਤੇਰੇ ਭਗਤ ਆਉਂਦਾ ਇਹ ਪੁਲਿੰਗ ਬਹੁਵਚਨ ਹੈ, ਇਹਦਾ ਅਰਥ ਹੈ ਤੇਰੀ ਭਗਤੀ ਕਰਨ ਵਾਲੇ ਭਗਤ, ਤੇਰੇ ਭਗਤ। ਮੈਂ ਬੇਨਤੀ ਕੀਤੀ, ਦੇਖੋ ਬਾਣੀ 'ਚ ਬੜੇ ਸ਼ਬਦ ਨੇ ਜਿਹੜਾ ਉਚਾਰਨ ਇੱਕ ਰੱਖਦਾ ਪਰ ਅਰਥ ਪ੍ਰਕਰਨ ਅਨੁਸਾਰ ਬਦਲ ਜਾਂਦਾ ਉਹਦਾ। ਇਹ ਨਹੀਂ ਕਿ ਉਹ ਸ਼ਬਦ ਦਾ ਅਰਥ ਸਾਰੀ ਬਾਣੀ, ਚਲੋ ਈਵਨ ਲਫ਼ਜ਼ ਹੈ ਸ਼ਬਦ, ਮੈਂ ਬੋਲਿਆ ਸ਼ਬਦ, ਪਿਛਲੇ ਦਿਨ ਮੈਂ ਕਿਹਾ ਕਿ ਸਾਰੇ ਸ਼ਬਦ ਦਾ ਅਰਥ ਗੁਰਬਾਣੀ ਵਿੱਚ, ਗੁਰਬਾਣੀ ਥੋੜਾ। ਜਦੋਂ ਅਸੀਂ ਪਾਠ ਕਰਨੇ ਆ, ਸਿੱਖੋ ਸ਼ਬਦ ਪਿਆਰਿਓ ਜਨਮ ਮਰਨ ਕੀ ਟੇਕ, ਇਹਦਾ ਅਰਥ ਹੈ ਬਾਣੀ, ਸ਼ਬਦ ਸਿੱਖੋ। ਜਦੋਂ ਆਪ ਹੁਣੇ ਪਾਠ ਕਰਦੇ ਹੋ ਜਪਜੀ ਸਾਹਿਬ 'ਚ, ਘੜੀਆ ਸ਼ਬਦ ਸੱਚੀ ਟਕਸਾਲ, ਉੱਥੇ ਸ਼ਬਦ ਦਾ ਅਰਥ ਹੈ ਜੀਵਨ। ਜਦੋਂ ਆਨੰਦ ਸਾਹਿਬ ਵਿੱਚ ਪੜ੍ਹਦੇ ਹੋ, ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੇ ਸਵਾਰਿਆ, ਉੱਥੇ ਸ਼ਬਦ ਦਾ ਅਰਥ ਹੈ ਬੋਲ। ਜਦੋਂ ਅਸੀਂ ਪਾਠ ਕਰਨੇ ਆ ਅਨਹਤਾ ਸ਼ਬਦ ਵਾ ਜੰਤ ਭੇਰੀ, ਉੱਥੇ ਸ਼ਬਦ ਦਾ ਅਰਥ ਹੈ ਅਨਹਦਨਾਥ। ਮੇਰੇ ਕਹਿਣ ਤੋਂ ਮੁਰਾਦ ਇਹ ਨਹੀਂ ਕਿ ਅਸੀਂ ਬਾਬਾ ਜੀ ਦੀ ਇਸ ਰਚਨਾ ਦਾ ਅੰਤ ਪਾਣ ਲੱਗੇ। ਮੈਂ ਆਰੰਭ 'ਚ ਕਿਹਾ ਜਿੰਨੀ ਕੁ ਸਮਝ ਪਈ, ਸਤਿਗੁਰਾਂ ਨੇ ਇੱਕ ਸੰਗਿਆ ਵਾਚਕ ਵਰਤਿਆ। ਸ਼ਬਦ ਜਿਹੜਾ ਹੈ ਉਹ ਆਪਣੇ ਅਰਥ ਥਾਂ ਬਦਲ ਕੇ ਚੇਂਜ ਕਰ ਜਾਂਦਾ ਹੈ। ਮੈਥ ਪੜ੍ਹਨ ਵਾਲਿਆਂ ਨੂੰ ਪਤਾ ਹੈ, ਨੰਬਰ ਕਦੀ ਆਪਣਾ ਅਰਥ ਨਹੀਂ ਚੇਂਜ ਕਰਦੇ ਹੁੰਦੇ, ਗਿਣਤੀ ਕਦੀ ਆਪਣਾ ਅਰਥ ਨਹੀਂ ਚੇਂਜ ਕਰਦੀ। ਇੱਥੇ ਸਤਿਗੁਰਾਂ ਨੇ ਇੱਕ ਬਖਸ਼ਿਸ਼ ਕੀਤੀ, ਉਹਨਾਂ ਨੇ ਓੰਕਾਰ ਤੋਂ ਪਹਿਲਾਂ ਇੱਕ ਲਿਖ ਕੇ ਸੰਗਿਆਵਾਚਕ ਸੰਖਿਆ ਹੈ, ਵੈਸੇ ਅੱਖਰ ਗਿਣਤੀ ਹੈ, ਇੱਕ ਲਿਖ ਕੇ ਇਹ ਬਿਲਕੁਲ ਸਿੱਧ ਕਰ ਦਿੱਤਾ ਕਿ ਚੇਤੇ ਰੱਖਿਓ ਉਹ ਕੇਵਲ ਇੱਕ ਹੈ, ਤੇ ਯਾਦ ਰੱਖੋ ਉਸ ਇੱਕ ਵਰਗਾ ਹੋਰ ਕੋਈ ਇੱਕ ਹੈ ਹੀ ਨਹੀਂ। ਇਸ ਕਰਕੇ ਦਾਤਾਰ ਨੇ ਸਭ ਤੋਂ ਪਹਿਲਾਂ ਸ਼ਬਦ ਵਰਤਿਆ, ਓੰਕਾਰ ਤੋਂ ਪਹਿਲਾਂ ਸ਼ਬਦ ਵਰਤਿਆ ਇੱਕ। ਸੁਣਿਓ ਅੱਗੇ ਅਸੀਂ ਦੇਖਨੇ ਇਸ ਨੂੰ, ਇੱਕ ਸ਼ਬਦ ਵਰਤਿਆ ਤੇ ਸਾਰੀ ਗੁਰਬਾਣੀ ਨੇ ਇੱਕ ਦੇ ਉੱਤੇ ਜ਼ੋਰ ਦਿੱਤਾ। ਆਪ ਪਾਠ ਕਰਦੇ ਹੋ, ਬਸ ਇੰਨਾ ਕੁ ਫਰਕ ਹੈ, ਗੁਰੂ ਸਾਹਿਬ ਇੱਕ ਤੋਂ ਅਨੇਕਤਾ ਵਿੱਚ ਲੈ ਕੇ ਜਾਂਦੇ ਆ ਤੇ ਅਨੇਕਤਾ ਵਿੱਚੋਂ ਫਿਰ ਇੱਕ ਦੀਆਂ ਝਲਕਾਂ ਮਰਵਾ ਦਿੰਦੇ ਆ। ਇਹ ਨਹੀਂ ਕਿ ਆਪਾਂ ਕਹਿ ਦਿੱਤਾ ਇੱਕ ਜੀ, ਇੱਕ ਦਾ ਮਤਲਬ ਹੋ ਗਿਆ ਕੇਵਲ ਗੁਰਦੁਆਰੇ। ਮਹਾਰਾਜ ਕਹਿੰਦੇ ਆ ਅਮਾਨ ਹੈ, ਨਿਦਾਨ ਹੈ, ਅਨੇਕ ਹੈ ਫਿਰ ਇੱਕ ਹੈ। ਥੋੜਾ ਇਸ ਬੇਨਤੀ ਨੂੰ ਸੁਣਿਓ, ਆਰੰਭ 'ਚ ਹੈ ਇਹ ਇੱਕ ਬਚਨ ਅਸੀਂ ਪੜ੍ਹਨੇ ਆ ਗੁਰੂ ਗ੍ਰੰਥ ਸਾਹਿਬ 'ਚੋਂ, ਇਹਦੀ ਥੋੜੀ ਵਿਆਖਿਆ ਕਰ ਲਈ। ਇੱਕ ਹੈ, ਅਨੇਕਾਂ ਹੋ ਜਾਂਦਾ ਤੇ ਫਿਰ ਇੱਕ ਦਾ ਇੱਕ ਰਹਿੰਦਾ। ਹੁਣ ਸ਼ਬਦ ਆਪਾਂ ਪੜ੍ਹਿਆ ਵੀ ਇੱਕ ਓਮ, ਇੱਕ ਦਾ ਅਰਥ ਹੈਗਾ ਅਦੁੱਤੀ। ਮੈਂ ਅਰਥ ਸਿੱਧੇ ਕਰਾਂ, ਅਦੁੱਤੀ, ਅਦੁੱਤੀਆ ਦਾ ਅਰਥ ਦੁੱਤੀਆ ਨਾਸਤ, ਇਹ ਜਿਹਦੇ ਵਰਗਾ ਹੋਰ ਦੂਜਾ ਕੋਈ ਨਹੀਂ। ਓਮ ਦਾ ਲਫ਼ਜ਼ੀ ਅਰਥ ਕਰਾਂਗੇ ਬ੍ਰਹਮ ਪਰਮਾਤਮਾ ਵਾਹਿਗੁਰੂ ਸਿੱਧੇ ਅਰਥ, ਤੇ ਕਾਰ ਦਾ ਅਰਥ ਹੈ ਇੱਕ ਰਸ ਵਿਆਪਕ। ਫਿਰ ਬੇਨਤੀ ਤਿੰਨ ਹਿੱਸਿਆਂ 'ਚ ਅਰਥ ਹੋਣਗੇ। ਇੱਕ ਓੰਕਾਰ, ਉਹ ਇੱਕ ਹੈ। ਦੂਸਰੀ ਗੱਲ ਕੌਣ, ਓਮ ਬ੍ਰਹਮ, ਤੇ ਪਿਛੇਤਰ ਕਾਰ ਲਾ ਕੇ ਲਕੀਰ ਜਿਹਨੂੰ ਕਹਿ ਰਹੇ ਆ, ਕਾਰ ਪਿਛੇਤਰ ਲਾ ਕੇ ਕਹਿ ਦਿੱਤਾ ਉਹ ਇੱਕ ਹੈ, ਪਰ ਇੱਕ ਥਾਂ ਤੇ ਮੌਜੂਦ ਨਹੀਂ, ਇੱਕ ਹੋਣ ਦੇ ਬਾਵਜੂਦ ਇੱਕ ਰਸ ਸਰਬ ਵਿਆਪਕ ਹੈ। ਉਹ ਇੱਕ ਹੈ, ਪਰ ਯਾਦ ਰੱਖੋ ਇੱਕ ਹੋ ਕੇ ਇਹਨੂੰ ਥੋੜਾ ਜਿਹਾ ਬਾਣੀ 'ਚੋਂ ਆਪਾਂ ਸਮਝੀਏ, ਸੌਖਾ ਹੋ ਜਾਏਗਾ। ਇੱਕ ਵਾਰ ਮੈਂ ਬੇਨਤੀ ਕੀਤੀ ਸੀ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਇੱਕ ਬਚਨ ਹੁੰਦਾ ਹੈ ਕਿ ਬਾਜ਼ੀਗਰ ਜੈਸੇ ਬਾਜੀ ਪਾਈ ਨਾਨਾ ਰੂਪ ਭੇਖ ਦਿਖਲਾਈ। ਬਾਜ਼ੀਗਰ ਇੱਕ ਹੈ ਨਾ, ਇੱਕੋ ਹੀ ਬੰਦਾ ਜਿਹੜਾ ਬਾਜੀ ਪਾਏਗਾ। ਹੁਣ ਜਦੋਂ ਬਾਜੀ ਪਾਉਣ ਲੱਗਾ ਹੈ
ਤੇ ਉਹ ਕਈ ਤਰ੍ਹਾਂ ਦੀਆਂ ਖੇਲਾਂ ਕਰਦਾ। ਯਾਦ ਰੱਖੋ, ਇੱਕ ਬਾਜੀਗਰ ਸੀ, ਇੱਕ ਬਾਜੀਗਰ ਚੋਂ ਖੇਡਾਂ ਨਿਕਲੀਆਂ। ਖੇਲਾਂ ਅਨੇਕਾਂ ਕਰਦਾ, ਬਾਜੀਗਰ ਇੱਕ ਹੈ। ਪਰ ਜਦੋਂ ਖੇਡ ਮੁੱਕਦੀ ਏ, ਸਾਰੀਆਂ ਖੇਲਾਂ ਖਤਮ ਹੋ ਜਾਂਦੀਆਂ, ਫਿਰ ਬਾਜੀਗਰ ਦਾ ਬਾਜੀਗਰ ਰਹਿ ਜਾਂਦਾ ਹੈ। ਇਹਦਾ ਮਤਲਬ ਇੱਕ ਅਨੇਕ ਹੁੰਦਾ ਹੈ, ਅਨੇਕ ਹੋ ਕੇ ਫਿਰ ਇੱਕ ਹੈ। ਗੁਰੂ ਜੀ ਕਹਿੰਦੇ ਆ, ਬਾਜ਼ੀਗਰ ਜੈਸੇ ਬਾਜੀ ਪਾਈ, ਨਾਨਾ ਰੂਪ ਭੇਖ ਦਿਖਲਾਈ, ਸਾਂਗ ਉਤਾਰ ਥਮਿਓ ਪਾਸਾਰਾ, ਤਬ ਏਕੋ ਏਕ ਅੰਕਾਰਾ। ਇਹਦੇ ਵਿੱਚ ਦੂਜਾ ਉਦਾਹਰਨ ਦਿੱਤੀ, ਜਲ ਤੇ ਉਠੈ ਅਨਕ ਤਰੰਗਾ। ਪਾਣੀ ਇੱਕ ਹੈ ਨਾ ਸਮੁੰਦਰ ਦਾ, ਇੱਕ ਹੀ ਕਹਾਂਗੇ ਸਮੁੰਦਰ, ਪਾਣੀ ਇੱਕ, ਪਰ ਲਹਿਰਾਂ ਇੱਕ ਨਹੀਂ। ਪਰ ਉਸ ਇੱਕ ਵਿੱਚੋਂ ਅਨੇਕਤਾ ਦੀਆਂ ਲਹਿਰਾਂ ਨੇ। ਇਹ ਜੇ ਕਹਿ ਦਈਏ ਜੀ ਲਹਿਰਾਂ ਵੱਖਰੀਆਂ, ਪਾਣੀ ਵੱਖਰਾ, ਪਹਿਲਾਂ ਉਹ ਇੱਕ ਹੈ, ਅਨੇਕ ਇੱਕ ਵਿੱਚੋਂ ਅਨੇਕਾਂ ਲਹਿਰਾਂ ਨੇ। ਜਦੋਂ ਅਨੇਕਾਂ ਲਹਿਰਾਂ ਸ਼ਾਂਤ ਹੁੰਦੀਆਂ ਨੇ, ਫਿਰ ਕੱਲਾ ਇੱਕ ਦਾ ਇੱਕ ਰਹਿ ਜਾਂਦਾ। ਇਸ ਕਰਕੇ ਗੁਰੂ ਜੀ ਨੇ ਪਹਿਲੀ ਗੱਲ ਇੱਥੇ ਕਹਿਤੀ, ਉਹ ਇੱਕ ਹੈ, ਉਸ ਵਰਗਾ ਹੋਰ ਕੋਈ ਨਹੀਂ। ਪਰ ਇੱਕ ਹੋਣ ਦੇ ਬਾਵਜੂਦ ਇੱਕ ਥਾਂ ਤੱਕ ਮਹਿਦੂਦ ਨਹੀਂ, ਇੱਕ ਰਸ ਸਰਬ ਵਿਆਪਕ ਹੈ। ਇਸ ਕਰਕੇ ਕਾਰਦਰਤ ਸਰਬ ਵਿਆਪਕ। ਗੁਰੂ ਸਾਹਿਬ ਕਹਿੰਦੇ ਆ, ਜਲ ਤੇ ਉਠੈ ਅਨਕ ਤਰੰਗਾ, ਕਨਕ ਭੂਖਨ ਕੀਨੇ ਬਹੁ ਰੰਗਾ, ਬੀਜ ਬੀਜ ਦੇਖਿਓ ਬਹੁ ਪ੍ਰਕਾਰਾ, ਫਲ ਪਾਕੇ ਤੇ ਏਕ ਅੰਕਾਰਾ। ਥੋੜੇ ਜਿਹੇ ਅਰਥ ਇਹਦੇ। ਅਸੀਂ ਬੀਜ ਪਾ ਦਿੱਤਾ, ਚਲੋ ਕੋਈ ਵੀ ਪੇਡਾ ਬੀਜਦੀ, ਅੰਬ ਦੀ ਗਿਟਕ ਬੀਜ ਦਿੱਤੀ, ਇੱਕ ਉਦਾਹਰਨ ਦੇਣ ਲੱਗਾ। ਉਸ ਦਾ ਅੰਕੁਰ ਨਿਕਲਿਆ, ਤੇ ਪਹਿਲਾਂ ਗਿਟਕ ਸੀ, ਜਦੋਂ ਪੇਡਾ ਨਿਕਲਿਆ, ਗਿਟਕ ਦਾ ਛਿਲਕਾ ਇੱਕ ਪਾਸੇ ਰਹਿ ਗਿਆ, ਅੰਦਰ ਦੀ ਧੁਰ ਬੀਜ ਵਿੱਚੋਂ ਬੀਜ ਨਿਕਲਿਆ, ਉਹਦਾ ਆਕਾਰ ਹੋਇਆ, ਤਣਾ ਬਣਿਆ, ਤਾਣੀਆਂ ਬਣੀਆਂ, ਪੱਤੇ ਬਣੇ, ਬੂਰ ਪਿਆ, ਅੰਬੀਆਂ ਬਣੀਆਂ, ਕੱਚੇ ਖੱਟੇ ਮਿੱਠੇ ਹੋਏ। ਜਿੱਦਣ ਪੱਕੇ ਤੇ ਪੱਕਣ ਤੋਂ ਬਾਅਦ ਇੰਨੇ ਪ੍ਰਕਿਰਿਆ ਵਿੱਚੋਂ ਨਿਕਲਣ ਤੋਂ ਬਾਅਦ ਅੰਬ ਵਿੱਚੋਂ ਉਹੀ ਗੁਠਲੀ ਨਿਕਲੀ ਜਿਹੜੀ ਧਰਤੀ ਵਿੱਚ ਬੀਜੀ ਹੋਈ ਸੀ, ਉਸ ਵਰਗੀ। ਪਰ ਉਂਝ ਯਾਦ ਰੱਖੋ, ਰੱਬ ਬਾਰੇ ਉਦਾਹਰਨਾਂ ਦਿੱਤੀਆਂ ਜਾ ਸਕਦੀਆਂ ਨੇ, ਪਰ ਉਦਾਹਰਨ ਲਈ ਰੱਬ ਮੁਕੰਮਲ ਸਿੱਧ ਨਹੀਂ ਹੁੰਦਾ। ਫਿਰ ਬੇਨਤੀ ਉਹ ਸਮਝਣ ਲਈ ਨੇ। ਗੁਰੂ ਜੀ ਕਹਿੰਦੇ ਆ, ਬੀਜ ਬੀਜ ਦੇਖਿਓ ਬਹੁ ਪ੍ਰਕਾਰਾ, ਫਲ ਪਾਕੇ ਤੇ ਏਕ ਅੰਕਾਰਾ। ਸਭ ਤੋਂ ਪਹਿਲਾਂ ਸਤਿਗੁਰੂ ਨੇ ਸਾਨੂੰ ਇਹ ਉਪਦੇਸ਼ ਦਿੱਤਾ ਕਿ ਮੈਂ ਜਿਸ ਨੂੰ ਪੂਜਣਾ ਉਹ ਓੰਕਾਰ ਹੈ। ਨਾਲ ਸ਼ਬਦ ਕਿਹਾ, ਉਹ ਸਭ ਦਾ ਮੁੱਢ ਹੈ। ਨਾਲ ਕਹਿਤਾ ਇੱਕ ਓੰਕਾਰ। ਥੋੜਾ ਜਿਹਾ ਬੇਨਤੀ ਨੂੰ ਫਿਰ ਜੀ, ਗੁਰੂ ਗ੍ਰੰਥ ਸਾਹਿਬ ਇੱਕ ਅਸੀਂ ਪਾਠ ਕਰਨੇ ਆ, ਓੰਕਾਰ ਆਦ, ਓੰਕਾਰ ਜਾਪ ਸਾਹਿਬ, ਓੰਕਾਰ ਆਦ ਕਥਨੀ ਅਨਾਦ। ਕਹਿੰਦੇ ਨੇ ਉਹ ਸਭ ਦਾ ਮੁੱਢ ਇੱਕ ਹੈ, ਜਿਹਨੂੰ ਗੁਰੂ ਗੋਬਿੰਦ ਸਿੰਘ ਨੇ ਪਰਣਵੋ ਆਦ ਏਕ ਅੰਕਾਰਾ, ਜਲ ਥਲ ਮਈਲ ਕੀਓ ਪਸਾਰਾ। ਇਹ ਦੋ ਤੁਕਾਂ ਸਿਰਫ ਇੱਕ ਓੰਕਾਰ ਦੇ ਅਰਥ ਨੇ, ਇੱਕ ਉਹ ਤੇ ਇੱਕ ਉਹਦਾ ਪਸਾਰਾ। ਇੱਕ ਅਸੀਂ ਪਾਠ ਕਰਨੇ ਆ ਕਬੀਰ ਸਾਹਿਬ ਦਾ, ਓੰਕਾਰ ਆਦ ਮੈਂ ਜਾਨਾ, ਲੱਖ ਲੇਖਰ ਮੇਟੈ ਤਾਹੇ ਨਾ ਮਾਨਾ। ਕਹਿੰਦੇ ਨੇ ਮੈਂ ਵੀ ਓੰਕਾਰ ਮੰਨਣਾ। ਗੁਰੂ ਸਾਹਿਬ ਕਹਿੰਦੇ ਨੇ ਓੰਕਾਰ ਕਿਸੇ ਇੱਕ ਧਰਮ ਨਾਲ ਬੱਝੇ ਹੋਏ ਉਹਦੀ ਖੋਂਦ ਨਹੀਂ, ਉਸ ਓੰਕਾਰ ਦੇ ਵਿੱਚੋਂ ਸਭ ਕੁਝ ਪੈਦਾ ਹੋਇਆ ਹੈ, ਜਿਹਨੂੰ ਓੰਕਾਰ ਮਹਾਰਾਜ ਕਹਿੰਦੇ ਆ। ਓੰਕਾਰ ਬ੍ਰਹਮਾ ਉਤਪਤ, ਓੰਕਾਰ ਕੀਏ ਜਿਨ ਚਿਤ, ਓੰਕਾਰ ਸੈਲ ਜੁਗ ਭੈ, ਓੰਕਾਰ ਵੇਦ ਨਿਰਮੈ। ਸਿਰਫ ਚਾਰ ਤੁਕਾਂ ਅਸੀਂ ਲੈ ਲਈਏ, ਅਰਥ ਸਮਝਣ ਲਈ ਨੇ। ਓੰਕਾਰ ਬ੍ਰਹਮਾ ਉਤਪਤ। ਹਿੰਦੂ ਫਿਲਾਸਫੀ ਦਾ ਇੱਕ ਪੱਖ ਕਹਿੰਦਾ ਹੈ ਕਿ ਸਾਰੀ ਸ੍ਰਿਸ਼ਟੀ ਦੀ ਰਚਨਾ ਦਾ ਰਚੈਤਾ ਬ੍ਰਹਮਾ ਹੈ, ਪਰ ਗੁਰੂ ਨਾਨਕ ਸਾਹਿਬ ਕਹਿੰਦੇ ਨਹੀਂ, ਬ੍ਰਹਮਾ ਦੀ ਰਚਨਾ ਕਰਨ ਵਾਲਾ ਵੀ ਓੰਕਾਰ ਹੈ। ਫਿਰ ਬੇਨਤੀ ਉਸ ਤੋਂ ਵੱਡਾ ਹੈ, ਓੰਕਾਰ ਬ੍ਰਹਮਾ ਉਤਪਤ। ਅਗਲਾ ਬਚਨ, ਓੰਕਾਰ ਕੀਏ ਜਿਨ ਚਿਤ। ਚਿਤ ਸ਼ਬਦ ਦਾ ਅਰਥ ਬਹੁਤ ਸੋਹਣਾ ਹੈ। ਕੇਵਲ ਉਹਨੇ ਢਾਂਚੇ ਨਹੀਂ ਬਣਾਏ, ਚਿੱਤ ਦਾ ਅਰਥ ਹੈ ਚੇਤਨਾ। ਭਾਵੇਂ ਉਹਨੇ ਰੁੱਖ ਬਣਾਏ, ਪਸ਼ੂ ਬਣਾਏ, ਪੰਛੀ ਬਣਾਏ, ਕੁਛ ਵੀ ਬਣਾਇਆ, ਸੱਚ ਏਵੇਂ ਉਸ ਇੱਕ ਓੰਕਾਰ ਦੀ ਚੇਤਨਾ ਹੀ ਸਾਰਿਆਂ ਵਿੱਚ ਚਰਨੀ ਹੈ। ਇਹ ਓੰਕਾਰ ਸਰਵ ਵਿਆਪਕ ਦੀ ਗੱਲ, ਜਿਹਨੂੰ ਆਪ ਪੜ੍ਹਦੇ ਹੋ, ਸਭੈ ਕਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ, ਉਹਦੀ ਚੇਤਨਾ ਹੈ। ਓੰਕਾਰ ਕੀਏ ਜਿਨ ਚਿਤ। ਅਗਲਾ ਬਚਨ, ਓੰਕਾਰ ਸੈਲ ਜੁਗ ਭੈ। ਸੈਲ ਦਾ ਲਫ਼ਜ਼ੀ ਅਰਥ ਸੈਰ ਨਹੀਂ, ਸੈਲ ਦਾ ਅਰਥ ਹੈ ਦੇਸ਼, ਜਿਹਨੂੰ ਆਪਾਂ ਸ਼ਬਦ ਵਰਤੀਏ ਸਪੇਸ, ਥਾਂ, ਤੇ ਯੁੱਗ ਦਾ ਅਰਥ ਹੈ ਟਾਈਮ। ਕਹਿੰਦੇ ਨੇ ਓੰਕਾਰ ਦੇ ਵਿੱਚੋਂ ਹੀ ਥਾਵਾਂ ਨਿਕਲੀਆਂ ਨੇ, ਤੇ ਓੰਕਾਰ ਨੇ ਸਮਾਂ ਕਾਇਮ ਕੀਤਾ ਹੈ। ਓੰਕਾਰ ਬ੍ਰਹਮਾ ਉਤਪਤ, ਓੰਕਾਰ ਕੀਏ ਜਿਨ ਚਿਤ, ਓੰਕਾਰ ਸੈਲ ਜੁਗ ਭੈ, ਓੰਕਾਰ
वेद निर्भय, वेदां दा रचायन वाला भी ओंकार है। मैं इस करके बेनती की, पहले सीधे अर्थ ਇਹਦੇ ਇਹ ਨੇ। ਉਂਝ ਤਾਂ जिन्ना डूंघाई भी चले जाओ, होर टुब्बी मारोगे बहुत खजाना, पर आपां वेखना अर्थ जपजी साहिब दे। एक ओंकार, परमात्मा एक है। दूसरी गल, एक हो के वो अनेकता विच वरतदा पिया है एक। जिमें हब समानी जोत, ज्यों जल घटाऊ चंद्रमा, जिमें पूर्णमाशी दी रात चंद्रमा समान ते पूरी रात दा पूरा, ते थल्ले आपां करोड़ां घड़े पानी दे भर के ਉਹਨੂੰ ਢੱਕ ਦਈਏ ਚਪਣੀ ਨਾਲ, ਢੱਕਣ ਨਾਲ। ਜਦੋਂ ਰਾਤ ਨੂੰ ਚੰਦਰਮਾ ਚੜੇ ਤੇ ਆਪ ਜੀ ਦੇਖਿਓ ਕਰੋੜਾਂ ਘੜਿਆਂ ਵਿੱਚੋਂ ਇੱਕੋ ਚੰਦਰਮਾ ਦਾ ਪ੍ਰਤੀਬਿੰਬ ਪਰਛਾਈ ਦਿਸਦੀ ਏ। ਉੱਤੇ ਦੇਖੋਗੇ ਇੱਕ ਹੈ, ਤੇ ਜ਼ਮੀਨ ਤੇ ਝਾਤੀ ਮਾਰੋਗੇ ਅਨੇਕਾਂ ਵਿੱਚ ਵਰਦਾ ਹੈ। ਬਸ ਇਹਦੇ ਅਰਥ ਇਹ ਨੇ, ਹੈ ਉਹ ਇੱਕ, ਇੱਕ ਓਂਗ। ਇਹਦੇ ਅਰਥ ਇਉਂ ਕਰ ਲਈਏ, ਉਚਾਰਨ ਤਾਂ ਆਪਾਂ ਉਸ ਤਰ੍ਹਾਂ ਹੀ ਕਰਾਂਗੇ। ਓਂਗ ਇੱਕ ਹੈ, ਕਾਰ एक हो के वो एक रस सारियां थावां ते सर्व व्यापक है। सब तो पहला महाराज ने सानू ये गल कही, ते इसे नू बाणी च क्या, एको जप एको साल आहे, एक सिमर एको मन आहे। इसे नू गुरु ने क्या, साहिब मेरा एको है भाई एको है। इस नू क्या, तुद बिन दूजा ना ही कोए, तू करतार करें सो होए, तेरा जोर तेरी मन टेक, सदा सदा जप नानक एक। एक ते हुण देखो, एक ओंकार तो अगे फिर मन च उहदे गुण किहड़े आ, उहदी हस्ती की है। फिर गुरु जी शुरू करदे आ, एक ओंकार। ते इस दी ये खासियत है इस बचन दी, जिन्ने भी शब्द असीं अगे पढ़ांगे ना, हर एक शब्द नाल ये एक ओंकार लगेगा। आपां लिखना नहीं, अर्थ करदिआं नाल लगेगा। हुण शब्द है एक ओंकार, वो एक है, एक रस व्यापक है। अगला बचन है सत नाम। कुछ विद्वानां ने सत वखरा पढ़िया, नाम वखरा पढ़िया। पर सिद्धी जी बेनती कि वो होंद वाला है, ओदा नाम झूठा नहीं। सत नाम सदैव का रहन वाला, इस दे भी अर्थ सत नाम। हुण चलो ਅਸੀਂ ਦੇਖਦੇ ਹਾਂ ਵੀ ਸਤਨਾਮ ਦਾ ਮਤਲਬ ਇੱਕ ਤਾਂ ਹੋ ਗਿਆ ਪੰਜਾਬੀ 'ਚ, ਸੱਸਾ ਤੱਤਾ ਨੰਨੇ ਨੂੰ ਆ ਕੰਨਾ ਮਾਰ ਨੇ ਪਾਇਆ, ਤੇ ਮੰਮਾ ਇੱਥੇ ਸੱਤੇ ਤੱਤੇ ਨੂੰ ਸਿਹਾਰੀ ਲੱਗੀ। ਸਤਨਾਮ ਇਹ ਅੱਖਰ ਨੇ ਬੰਦੇ ਦੇ ਸਮਝਣ ਲਈ। ਪਰ ਸਤਨਾਮ ਦਾ ਸਹੀ ਅਰਥ, ਜੇ ਇਸ ਸਤਨਾਮ ਦੀ ਵਿਆਖਿਆ ਪੜ੍ਹਨੀ ਹੈ ਤੇ ਜਪ ਦੇ ਸ਼ੁਰੂ ਵਿੱਚ ਆਉਣੀ ਹੈ। ਆਦ ਸੱਚ ਜੁਗਾਦ ਸੱਚ, ਉਹ ਸਤਨਾਮ ਦੀ ਵਿਆਖਿਆ। ਸਤਨਾਮ ਦਾ ਅਰਥ कि जिस दी होंद सदैव रहन वाली है। सदैव का अर्थ भी छोटा जिहा शब्द पै जाता है। बाकी जितने नाम ने, फिर बेनती, एक कीर्तम नाम ने। असी रब दे कौतकां नूं देख के नाम रखे। जिस दिन कोई इंसान भी नहीं सी, सत नाम उस दिन भी सी। जिस दिन आ लफ्ज भी कोई नहीं सन, सत नाम उस दिन भी सी। ते जिस दिन सारे लफ्ज मुक जाणगे, सत नाम उस दिन भी रहेगा। ਇਹਨੂੰ ਫਿਰ ਥੋੜਾ ਜਿਹਾ ਬਾਣੀ ਚੋਂ ਅਸੀਂ ਥੋੜਾ ਜਿਹਾ ਲੱਗੇਗਾ ਸਹੀ, ਪਹਿਲੇ ਦਿਨ ਵੀ ਇਹ ਕੀ ਗੁੰਝਲਦਾਰ ਜੀ ਗੱਲ ਹੋ ਰਹੀ ਹੈ, ਪਰ ਸਚਾਈ ਇਹ ਵੇ ਸਤਨਾਮ। ਹੁਣ ਦੇਖੋ, ਇੱਕ ਬੇਨਤੀ ਮੈਂ ਕਰਾਂ। ਇੱਕ ਬਾਣੀ ਸ਼ਬਦ ਹੁੰਦਾ ਹੈ, ਕੀਰਤਮ ਨਾਮ ਕਥੇ ਤੇਰੇ ਜੇਵਾ, ਸਤਨਾਮ ਤੇਰਾ ਪਰਾਪੂਰਬਲਾ। ਇਹ ਪਰਾਪੂਰਬਲਾ ਸਤਨਾਮ ਕੀ ਹੈ? ਮਹਾਰਾਜ ਨੇ ਇੱਥੇ ਬਖਸ਼ਿਸ਼ ਕੀਤੀ किरतम नाम ने। इनू समझन लई सौखा ये वे, मान लो असी शब्द गुरबाणी च एक पढ़ने आ कि दीन दयाल। दयाल दा अर्थ परमात्मा लई, ते दीन दा अर्थ गरीब। जे गरीब होया ते दीन दयाल शब्द आया, जे गरीब ही ना हुंदा ते दीन दयाल कितों हुंदा? ये किरतम नाम है उन्हें जो कीता। एक असी पाठ करने पतित पावन। रविदास साहब दा पहला शब्द गुरु ग्रंथ साहिब च है, जो पै हम ना पाप करंता आहे अनंता, पतित पावन नाम कैसे हुंता। सत नाम तो पहला भी है, पर पतित पावन उदन होया जिदन बंदे दी होंद बनी। बंदे ने पाप कीते, तेरे नाम नू जप के पवित्र हो गया। पतित पावन तेरा कीर्तम नाम है। असी शब्द पढ़ने गोपाल। बेनती है जी, गो दा अर्थ इंद्रियां,
ਪਾਲ ਦਾ ਅਰਥ ਹੈ ਪਾਲਣਾ ਕਰਨ ਵਾਲਾ, ਇਹਦੇ ਅਰਥੇ ਵੀ ਨੇ ਇੰਦਰੀਆਂ ਦੀ ਪਾਲਣਾ ਕਰਨ ਵਾਲਾ। ਜਿਵੇਂ ਅਸੀਂ ਕਹਿੰਦੇ ਹਾਂ ਅਗੋਚਰ, ਅਗੋਚਰ ਦਾ ਅਰਥ ਹੈ ਇੰਦਰੀਆਂ ਦੇ ਪਰਾ। ਹੁਣ ਇੱਥੇ ਗੋ ਦਾ ਅਰਥ ਧਰਤੀ, ਪਾਲ ਦਾ ਅਰਥ ਹੈ ਪਾਲਣਾ। ਗੁਰਮੁਖੋ ਗੋਪਾਲ ਕੀਰਤਮ ਨਾਮ ਹੈ, ਪਰ ਜਦੋਂ ਧਰਤੀ ਕੋਈ ਨਹੀਂ ਸੀ ਉਦੋਂ ਕਿੰਨੇ ਗੋਪਾਲ ਕਿਹਾ? ਇਹ ਨਾਮ ਤਾਂ ਪਿਆ ਨਾ ਵੀ ਜੇ ਇਹਨੇ ਪਾਲਣਾ ਕੀਤੀ ਗੋਪਾਲ ਬਣ ਗਿਆ, ਜੇ ਗਰੀਬ ਤੇ ਦਇਆ ਕੀਤੀ ਦੀਨ ਦਿਆਲ ਬਣ ਗਿਆ, ਜੇ ਉਹਨੇ ਸੱਚ ਐਵੇਂ ਪਾਪੀਆਂ ਨੂੰ ਪਵਿੱਤਰ ਕੀਤਾ ਪਤਿਤ ਪਾਵਨ ਬਣ ਗਿਆ। ਇਹ ਨਾਮ ਸਾਰੇ ਉਦੋਂ ਆਏ ਜਦੋਂ ਮਾਨਵ ਜਾਤੀ ਪੈਦਾ ਹੋਈ, ਤੇ ਜਦੋਂ ਮਨੁੱਖ ਨਹੀਂ ਸੀ ਸਤਨਾਮ ਤਾਂ ਉਦੋਂ ਵੀ ਸੀ। ਫਿਰ ਗੁਰਮੁਖ ਨੂੰ ਸੁਣਿਓ ਮੇਰੀ ਬੇਨਤੀ ਨੂੰ, ਕਿਉਂਕਿ ਆਪਾਂ ਜ਼ੋਰ ਜ਼ਿਆਦਾ ਤਾਂ ਹੀ ਮੈਂ ਅੱਜ ਦੀ ਕਥਾ ਸਿਰਫ ਇਸ ਸਬਜੈਕਟ ਤੱਕ ਰੱਖੀ। ਸਤਨਾਮ ਜਾਪ ਸਾਹਿਬ 'ਚ ਪਹਿਲਾ ਸ਼ੰਤ ਪੜੋ। ਮੈਂ ਕਈ ਵਾਰੀ ਸੋਚਣਾ ਜਪਜੀ ਸਾਹਿਬ ਦਾ ਪਹਿਲਾ ਬਚਨ, ਬਖਜੀ ਜਪਜੀ ਇਹਦੀ ਵਿਆਖਿਆ, ਤੇ ਜਾਪ ਸਾਹਿਬ ਦਾ ਪਹਿਲਾ ਸ਼ੰਤ ਮੂਲ ਮੰਤਰ ਦੀ ਵਿਆਖਿਆ, ਤੇ ਬਾਕੀ ਸਾਰਾ ਜਾਪ ਸਾਹਿਬ ਸੱਚੀ ਮੁੱਚੀ ਜਪਜੀ ਸਾਹਿਬ ਦੀ ਤਰ੍ਹਾਂ ਵਿਆਖਿਆ। ਚੱਕਰ ਚੇਨ ਅਰ ਬਰਨ ਜਾਤ ਅਰ ਪਾਤ ਨਹੀਂ ਨਿਜੇ, रूप रंग अर रेख भेक को कह न सकत कहें, अचल मूर्त अनभव प्रकाश अमितोज कहीजै, कोट इंद्र इंद्रान शाह शाहान गणीजै, त्रिभवन महीप सुर नर असुर नेत नेत बन तृण कहत, तब सर्वनाम कथा कवन कर्म नाम बरनत सुमत। चलो आप सिर्फ इन्नी तुक लैनी, तब सर्वनाम कथा कवन, तेरे मुकम्मल सत नाम नू कौन बयान कर सकता है? बस आ जिन्ने को ना लै जा रहा है ये तेरी किरत नूं वेख के रखे। मैं इस करके बेनती करांगा, सतनाम दा अर्थ वो होंद वाला है। जदों कुछ भी नहीं सी उदों भी सी, जदों आ वरतरे पे मध विच हुण भी है, ते सतनाम दा अर्थ है जदों सारे नाम मिट जाणगे वो फिर भी रहेगा। इहदी अर्थ एक श्लोक चो लै लो, ना देव दानवा नारा ना सिद्ध साध का धरा, ना देवतियां दे ना रहने, ना दैंतां दे रहने, ना राजियां दे रहने, ना महाराजियां दे रहने, ना बंदियां दे रहने, ना देव दानवा नरा ना सिद्ध साध का धरा, इस्त एक दिगर कुई एक तुई। ये है सतनाम, एक तुई एक तुई, एक ओंकार, वो एक है, उस वर्गा होर कोई नहीं, एक रस है सतनाम। किते बाणी च नाम सत भी आया, महाराज शब्द वरते नाम सत भी आया। हजूर ने बचन किया ते भी क्या, जप मन सतनाम सदा सतनाम। भाई साहब ने एक थां लिखा है पहली पौड़ी ए वे, नमस्कार गुरुदेव को सतनाम जिस मंत्र सुनाया, भवजल विचों कढ़ के मुक्त पदार्थ मैं सवाया। कार सेवा वाले गुरमुख प्यारे जदों टोकरी चकांदे सन ते इक्को गल कहंदे सन, सतनाम वाहिगुरू बोलो। इस तरी से ना जी। हुण इत्थे सतनाम दा अर्थ उहदी होंद कि वह है, उन्हें कदी बिनसना नहीं, उहदा नाम कदी नहीं जाना, सतनाम। इस तो अगला बचन है करता, पुरख। करता दा अर्थ है बनाउण वाला, पर फिर बेनती एक ओंकार नाल लेके चलना, एक ओंकार सतनाम, एक ओंकार करता पुरख। मैं अर्थ करने लई कह रहा वां, ये नहीं कि आपां बाणी दी कोई बेदबी कर रहे। करता दा अर्थ है क्रिएटर, बनाउण वाला। हुण पुरख दा अर्थ मर्द भी आउंदा है, असीं पढ़दे कई वारी पुरख दा अर्थ पुरुष। हुण इत्थे पुरख दा अर्थ लैंदे आ कि सारियां थावां ते आप वरतन वाला, समाया होया, शरीरां विच लेटिया होया, इहदे अर्थ ने। वैसे करता दा अर्थ है बनाउण वाला, ते पुरख दा अर्थ है बनाए होए विच आप समाया होया। उंज वैसे उत्ते आ गया कि ओंकार जिहड़ा एक रस व्यापक। इत्थे करता दा अर्थ है बनाउण वाला, ते पुरख दा अर्थ है कि सारियां दे विच समान लेटिया होया। जल थल मैयल पूरिया, स्वामी सिरजनार सी उन्हें पढ़िया। इनू थोड़ा जिहा करता दा अर्थ बनाउण वाला, पर इन्ना क फर्क है। करते दो तरह दे नहीं जी, पर एक ओंकार इको करता है। उंज वैसे जदों असीं ग्रामर पढ़ते उहदे विच दस दिन करता, कर्म करता कर, कर्म कर। करता दा अर्थ है बनाउण वाला, पर एक ओंकार करता इको है। जिवें मान लो एक उदाहरण दिंदे हुंदे सन सूझवान विद्वान कि लक्कड़ दे समान दा करता एक मिस्त्री है, बेडी है, जां तरखान शब्द वरतदे सन। पर मैं बेनती करा, सोने दे गहणियां दा करता सुनार वीर है।
ਇਹ ਜਾਤ ਨਾਲ ਜੋੜ ਕੇ ਨਾ ਦੇਖਿਓ। ਕੁੰਭ ਘੜੇ ਬਣਾਉਣ ਦਾ ਕਰਤਾ ਕੁੰਭਾਰ ਹੈ। ਕਰਤੇ ਜ਼ਰੂਰ ਨੇ ਪਰ ਇੱਕ ਓਂਕਾਰ ਵਰਗੇ ਨਹੀਂ। ਇੱਕ ਲੱਕੜ ਦੇ ਕੰਮ ਦਾ ਕਾਰੀਗਰ ਹੈ ਪਰ ਉਹ ਕਹੇਗਾ ਜਿੰਨੀ ਦੇਰ ਤੱਕ ਲੱਕੜ ਤੇ ਸੰਦ ਕੋਈ ਨਹੀਂ ਮੈਂ ਕੁਝ ਨਹੀਂ ਜੇ ਕਰ ਸਕਣਾ, ਮੈਨੂੰ ਬਾਹਰੋਂ ਦਿਓ ਕੁਛ। ਲੱਕੜ ਹੋਵੇਗੀ, ਸੰਦ ਹੋਣਗੇ ਤੇ ਕਰਤਾ ਕੁਝ ਕਰੇਗਾ। ਸੁਨਾਰ ਕੋਲ ਕਾਰੀਗਰੀ ਹੈ, ਹੁਨਰ ਹੈ, ਪਰ ਉਹ ਵੀ ਕਹੇਗਾ ਜੇ ਸੋਨਾ ਲਿਆਓਗੇ, ਆਸਮਾਨ ਇਕੱਠਾ ਕਰੋਗੇ, ਕੁਠਾਲੀ ਲਿਆਓਗੇ ਤੇ ਕੁਝ ਕਰਾਂਗਾ। ਮਿੱਟੀ ਕੋਈ ਨਹੀਂ ਤੇ ਕੁੰਭਾਰ ਕੀ ਕਰੇਗਾ ਜੇ ਚੱਕ ਕੋਈ ਨਹੀਂ ਤਾਂ। ਜਿੰਨੇ ਕਰਤੇ ਨੇ ਉਹਨਾਂ ਨੂੰ ਬਾਹਰੋਂ ਪਦਾਰਥ ਲੈ ਕੇ ਹੀ ਉਹ ਕਰਤੇ ਬਣਦੇ ਆ। ਤੇ ਕਈ ਵਾਰੀ ਜੋ ਕੁਝ ਕਰ ਦਿੰਦੇ ਆ ਉਹ ਧਰਿਆ ਧਰਿਆ ਰਹਿ ਜਾਂਦਾ, ਕਰਤਿਆਂ ਦੀ ਮੌਤ ਹੋ ਜਾਂਦੀ। ਪਰ ਇਹ ਐਸਾ ਕਰਤਾ ਨਹੀਂ। ਮੰਨ ਲਓ ਜਿਸ ਬੰਦੇ ਨੇ ਪਾਲਕੀ ਬਣਾਈ ਹੋਵੇ, ਲੱਕੜ ਦੀ ਬਣਾਈ, ਜੋ ਵੀ ਬਣਾਈ ਉਹ ਵਾਹਿਗੁਰੂ ਜਾਣੇ, ਇਹ ਸਦੀਵ ਰਹਿ ਗਈ, ਬਣਾਉਣ ਵਾਲਾ ਤਾਂ ਤੁਰ ਗਿਆ। ਸੋਨੇ ਦੇ ਗਹਿਣੇ ਬੀਬੀਆਂ ਪਾਏ ਹੋਣਗੇ, ਉਹਦਾ ਕਾਰੀਗਰ ਪਤਾ ਨਹੀਂ ਕਿੱਥੇ ਚਲਾ ਗਿਆ, ਪਰ ਗਹਿਣਾ ਰਹਿ ਗਿਆ। ਮਿੱਟੀ ਦੇ ਭਾਂਡੇ ਸਾਲਾਂ ਤੱਕ ਰਹਿ ਜਾਣਗੇ ਪਰ ਬਣਾਉਣ ਵਾਲਾ ਚਲਾ ਗਿਆ। ਕਰਤੇ ਕਹਿਣ ਪਰ ਪੁਰਖ ਨਹੀਂ, ਤੇ ਕਰਤੇ ਨੇ ਦੂਜੀ ਸਮਾਨ ਲੈ ਕੇ ਤਾਂ ਬਣਾਉਂਦੇ ਆ। ਪਰ ਇੱਕ ਓੰਕਾਰ ਕਰਤਾ ਉਹ ਹੈ ਜਿਹਨੂੰ ਕਿਸੇ ਤੋਂ ਮਟੀਰੀਅਲ ਨਹੀਂ ਲੈਣਾ ਪੈਂਦਾ। ਕੀਤਾ ਪਸਾਓ ਏਕੋ ਕਵਾਓ ਤਿਸਤੇ ਹੋਏ ਲੱਖ ਦਰਿਆਓ, ਕਿਤੋਂ ਲੈਣਾ ਪੈਂਦਾ। ਹੁਕਮੀ ਖੋਵਣ ਆਕਾਰ, ਹੁਕਮ 'ਚ ਹੀ ਬਣਾ ਦਿੱਤਾ। ਇੰਨਾ ਵੱਡਾ ਕਰਤਾ, ਖਰਨ ਭਰਨ ਜਾਂ ਕਾ ਨੇਤਰ ਫੋਰ, ਏਡਾ ਵੱਡਾ ਕਰਤਾ ਹੈ ਜਿਹਨੂੰ ਬਾਬਾ ਜੀ ਬਾਣੀ 'ਚ ਕਹਿੰਦੇ ਆ ਅਵਲ ਅੱਲਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ। ਏਕ ਨੂਰ ਤੇ ਰੂਹਾਨੀਅਤ ਵਿੱਚੋਂ, ਉਹਦੇ ਵਿੱਚੋਂ ਇੱਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੌਣ ਮੰਦੇ। ਇੱਕ ਓੰਕਾਰ ਸਭ ਦਾ ਕਰਤਾ ਹੈ। ਹੁਣ ਆਪ ਜੀ ਦੇਖਿਓ, ਜਦੋਂ ਅੱਗੇ ਚੱਲਾਂਗੇ ਆਪਾਂ ਜਪਜੀ ਸਾਹਿਬ, ਇਹਦੀ ਏਡੀ ਕਮਾਲ ਦੀ ਵਿਆਖਿਆ ਮਿਲੇਗੀ। ਚੰਗਿਆਂ ਦਾ ਕਰਤਾ ਵੀ ਉਹ ਤੇ ਮੰਦਿਆਂ ਦਾ ਕਰਤਾ ਵੀ ਉਹ। ਹੁਣ ਮੈਂ ਪੜ੍ਹਿਆ ਇੱਕ ਨੂਰ ਤੇ ਸਭ ਜਗ ਉਪਜਿਆ, ਤੇ ਜਦੋਂ ਅਸੀਂ ਅਸੰਖ ਜਪ ਪੜਾਂਗੇ ਇਹ ਸਾਰੇ ਚੰਗੇ, ਤੇ ਬਾਬਾ ਜੀ ਕਹਿਣਗੇ ਜੋ ਤੁਧ ਭਾਵੈ ਸਾਈ ਭਲੀਕਾਰ। ਤੇ ਜਦੋਂ ਅਸੀਂ ਅਸੰਖ ਮੂਰਖ ਵਾਲੀ ਪੜਾਂਗੇ ਪੌੜੀ, ਉੱਥੇ ਵੀ ਕਹਿਣਗੇ ਜੋ ਤੁਧ ਭਾਵੈ ਸਾਈ ਭਲੀਕਾਰ, ਕਰਤਾ ਤਾਂ ਤੂੰ ਹੀ ਹੈ, ਚੰਗੇ ਵੀ ਤੇਰੇ ਤੇ ਮੰਦੇ ਵੀ ਤੇਰੇ। ਇੱਥੇ ਸਤਿਗੁਰੂ ਕਹਿੰਦੇ ਨੇ ਕਰਤਾ ਪੁਰਖ, ਸਭ ਦਾ ਬਣਾਉਣ ਵਾਲਾ, ਤੇ ਪੁਰਖ ਦਾ ਅਰਥ ਬਣਾ ਕੇ ਇਸ ਵਿੱਚ ਲੇਟਿਆ ਸਮੇਟਿਆ, ਆਪ ਸਰਬ ਵਿਆਪਕ ਹੈ। ਇੱਕ ਓੰਕਾਰ ਸੱਚ ਹੈ, ਸਿੱਧੇ ਪੰਜਾਬੀ ਚ ਅਰਥ ਇੱਕ ਓੰਕਾਰ ਕਰਤਾ ਹੈ ਤੇ ਸਰਬ ਵਿਆਪਕ ਹੈ। ਅਗਲੀ ਗੱਲ ਨਿਰਭਉ, ਅਗਲਾ ਸ਼ਬਦ ਹੈ ਨਿਰਵੈਰ। ਇੱਕ ਓੰਕਾਰ ਭੈ ਤੋਂ ਰਹਿਤ ਹੈ। ਦੇਵਤੇ ਭੈ ਤੋਂ ਰਹਿ ਨਿਤ ਨਹੀਂ, ਯਾਦ ਰੱਖਿਓ। ਇੱਕ ਓੰਕਾਰ ਨਿਰਵੈਰ। ਫਿਰ ਬੇਨਤੀ, ਨਿਰਭਉ, ਨਿਰ ਦਾ ਅਰਥ ਕਰਾਂਗੇ ਰਹਿਤ, ਭਉ ਦਾ ਅਰਥ ਹੈ ਡਰ। ਉਹ ਭੈ ਤੋਂ ਮੁਕਤ ਹੈ, ਉਹਨੂੰ ਕੋਈ ਡਰ ਨਹੀਂ। ਕਿਉਂਕਿ ਡਰ ਵੀ ਕਈ ਤਰ੍ਹਾਂ ਦੇ ਨੇ। ਬੰਦਾ ਜਨਮ ਲੈਂਦਾ ਹੈ ਤੇ ਇਹ ਡਰ ਖਾਈ ਜਾਂਦਾ ਕਿਤੇ ਬਿਮਾਰੀ ਨਾ ਕੋਈ ਲੱਗ ਜਾਏ। ਉਹਦਾ ਤੇ ਜਨਮ ਹੀ ਕੋਈ ਨਹੀਂ, ਉਹਨੂੰ ਬਿਮਾਰੀ ਕਿੱਥੇ ਲੱਗਣੀ। ਕਾਹਦਾ ਡਰ? ਬੰਦਾ ਅੱਗੇ ਵੱਧਦਾ ਹੈ, ਤਰੱਕੀ ਕਰਦਾ ਹੈ, ਆਪਣੇ ਤੋਂ ਛੋਟਾ ਕੋਈ ਮਿਲ ਜਾਂਦਾ ਉਹਦੇ ਨਾਲ ਗੁੱਸੇ ਹੋਣ ਲੱਗ ਪੈਂਦਾ ਹੈ। ਬਰਾਬਰ ਦਾ ਮਿਲਦਾ ਉਹਦੇ ਨਾਲ ਈਰਖਾ ਕਰਦਾ ਹੈ। ਆਪਣੇ ਤੋਂ ਵੱਡਾ ਮਰਦਾ ਉਹ ਤੋਂ ਡਰੀ ਜਾਂਦਾ ਹੈ। ਰੱਬ ਨੂੰ ਤੇ ਪ੍ਰੋਬਲਮ ਹੀ ਕੋਈ ਨਹੀਂ। ਫਿਰ ਬੇਨਤੀ, ਉਹਨੂੰ ਕੋਈ ਭੈ ਨਹੀਂ, ਕੋਈ ਬਿਮਾਰੀ ਨਹੀਂ ਉਹਨੂੰ। ਬੰਦੇ ਨੂੰ ਭੈਵੇ ਮੈਂ ਮਰ ਨਾ ਜਾਵਾਂ, ਉਹਨੂੰ ਕਾਹਦਾ ਭੈ ਜੀ? ਨਾ ਉਹ ਮਰੇ ਨਾ ਹੋਵੇ, ਸੋਗ ਦਿੰਦਾ ਰਹੇ ਨਾ ਚੁੱਕੈ, ਉਹਨੂੰ ਕਾਹਦਾ ਡਰ? ਕੋਈ ਡਰ ਨਹੀਂ। ਇਸ ਕਰਕੇ ਉਹ ਨਿਰਭਉ ਹੈ, ਉਹਨੂੰ ਕੋਈ ਭੈ ਨਹੀਂ, ਕਿਸੇ ਦਾ ਭੈ ਨਹੀਂ ਉਹ ਮੰਨਦਾ। ਗੁਰੂ ਸਾਹਿਬ ਕਹਿੰਦੇ ਆ ਕਿ ਦੇਖ ਮੈਂ ਚਿੰਨੇ ਤੈਨੂੰ ਗੁਣ ਦੱਸ ਰਿਹਾ, ਜਿਉਂ ਜਿਉਂ ਤੂੰ ਇਹਨਾਂ ਨੂੰ ਰੋਜ਼ ਜਪੇਗਾ ਸੱਚੇ ਵੇ ਤੇਰੇ 'ਚ ਸਾਰੇ ਗੁਣ ਪ੍ਰਵੇਸ਼ ਕਰ ਜਾਣਗੇ ਜੋ ਰੱਬ ਜੀ ਦੇ ਨੇ। ਅੱਗੇ ਜਪ 'ਚ ਮਹਾਰਾਜ ਕਹਿਣਗੇ ਨਿਰਭਉ, ਉਹਨੂੰ ਕੋਈ ਭਉ ਨਹੀਂ। ਮਹਾਰਾਜ ਨੇ ਕਿਹਾ ਸਗਲਿਆਂ ਭਉ ਲਿਖਿਆ ਸਿਰਲੇਖ, ਨਾਨਕ ਨਿਰਭਉ ਨਿਰੰਕਾਰ ਸੱਚ ਏਕ, ਉਹਨੂੰ ਕੋਈ ਭੈ ਨਹੀਂ। ਗੁਰੂ ਸਾਹਿਬ ਜੀ ਨੇ ਸ਼ਬਦ ਵਰਤੇ ਕਿ ਸਾਰਿਆਂ 'ਚ ਭੈ ਹੈ ਪਰ ਉਹਨੂੰ ਕੋਈ ਭੈ ਨਹੀਂ। ਭੈ ਵਿੱਚ ਪਵਨ ਵੈ ਸਦਵਾਓ, ਭੈ ਵਿੱਚ ਚੱਲੈ ਲੱਖ ਦਰਿਆਓ, ਭੈ ਵਿੱਚ ਅਗਨ ਕੱਢੈ ਵਿਗਾਰ, ਭੈ ਵਿੱਚ ਧਰਤੀ ਤੱਬੀ ਪਾਰ। ਸਾਰੇ ਬਚਨ ਕਰ ਦਿੱਤੇ ਪਰ ਇੱਕ ਓੰਕਾਰ ਨੂੰ ਕੋਈ ਭੈ ਨਹੀਂ, ਨਾ ਜਨਮ ਦਾ ਨਾ ਮੌਤ ਦਾ। ਅਗਲੀ ਗੱਲ, ਬੰਦੇ ਨੂੰ ਵੀ ਭੈ ਵੀ ਜਿਹੜਾ ਅੱਜ ਹੈ ਕਿਤੇ ਖੁੱਸ ਨਾ ਜਾਏ। ਪਦਵੀ ਇਹਨਾਂ ਦੇਵਤਿਆਂ ਨੂੰ ਬੜਾ ਡਰ ਹੁੰਦਾ ਸੀ ਜੀ,
ਜਦੋਂ ਕਈ ਵਾਰੀ ਮੈਂ ਪੁਰਾਣ ਪੜ੍ਹਨਾ ਤੇ ਰੱਬ ਜੀ ਤਾਂ ਖੁਸ਼ ਹੁੰਦੇ ਨੇ ਕੋਈ ਭਗਤੀ ਕਰ ਰਿਹਾ, ਤੇ ਦੇਵਤੇ ਈਰਖਾ ਕਰਦੇ ਨੇ ਕਿ ਇਹ ਭਗਤੀ ਕਰਦਾ ਪਿਆ, ਇੰਦਰ ਨੂੰ ਇਹੀ ਸਾੜਾ ਰਹਿੰਦਾ ਸੀ ਭਗਤੀ ਕਰਕੇ ਮੇਰੀ ਪਦਵੀ ਤੇ ਨਾ ਆ ਜਾਏ, ਇਸ ਬੰਦੇ ਨੂੰ ਡੁਲਾਣਾ ਕਿਵੇਂ। ਰੱਬ ਜੀ ਇਸ ਤਰ੍ਹਾਂ ਨਹੀਂ ਕਰਦੇ, ਉਹ ਤਾਂ ਹੱਸਦੇ ਨੇ ਜਦੋਂ ਕੋਈ ਭਗਤੀ ਕਰਦਾ, ਖੁਸ਼ ਹੁੰਦੇ ਨੇ। ਉਹਨੂੰ ਪਦਵੀ ਦਾ ਡਰ ਕੋਈ ਨਹੀਂ, ਕਿਸੇ ਨਹੀਂ ਖੋ ਸਕਣੀ ਉਹਦੀ ਪਦਵੀ ਤੇ ਕੋਈ ਨਹੀਂ ਜਾਣਾ, ਕਿਉਂਕਿ ਵੱਡਾ ਤੇਰਾ ਦਰਬਾਰ, ਸੱਚਾ ਤੁਧ ਤਖਤ, ਸਿਰ ਸ਼ਾਹਾਂ ਪਾਤਸ਼ਾਹ ਨੇਚਲ ਚੌਰ ਛੱਤ। ਪਿਆਰੇ ਉਹਨੂੰ ਕੋਈ ਭੈ ਨਹੀਂ, ਕਿਸੇ ਕਿਸਮ ਦਾ ਭੈ ਹੈ ਹੀ ਨਹੀਂ। ਉਂਝ ਜੇ ਸੱਚ ਜਾਣੋ, ਜਿਹੜਾ ਮੇਰੇ ਤੁਹਾਡੇ ਵਿੱਚ ਆਤਮਾ ਹੈ ਨਾ, ਵੈਸੇ ਡਰ ਉਹਨੂੰ ਵੀ ਕੋਈ ਨਹੀਂ। ਡਰ ਖਾਂਦਾ ਪਿਆ ਮਨ ਨੂੰ ਤੇ ਉੱਚੇ ਵਾਲੇ ਢਾਂਚੇ ਨੂੰ, ਕਿਉਂਕਿ ਇੰਦਰੀਆਂ ਪ੍ਰਵਿਰਤ ਹੋ ਗਈਆਂ ਨੇ ਦੁਨੀਆ 'ਚ। ਇਹ ਇੰਨੀਆਂ ਕੁ ਅੰਦਰ ਲਗਾ ਬਣਾਈ ਬੈਠੀਆਂ ਨੇ ਕਿ ਸੱਚ ਇਹਵੇ ਇਹਨਾਂ ਨੂੰ ਡਰ ਲੱਗਦਾ ਪਿਆ। ਆਤਮਾ ਨੂੰ ਕਾਹਦਾ ਡਰ ਹੈ? ਨਾ ਸੰਸਕਾਰ ਕਰਕੇ ਫਿਊਨਰਲ ਹੋਮ ਤੇ ਤੁਸੀਂ ਆਤਮਾ ਥੋੜਾ ਸਾੜਦੇ, ਬੰਦਾ ਸੜ ਕੇ ਆਇਆ, ਆਤਮਾ ਨਹੀਂ ਸੜਦੀ। ਗੁਰੂ ਸਾਹਿਬ ਨੇ ਕਿਹਾ ਉਹ ਨਾ ਡੁੱਬਦੀ ਏ, ਨਾ ਸੜਦੀ ਏ, ਨਾ ਮਰਦੀ। ਜਿਹਦੀ ਇੱਕ ਅੰਸ਼ ਨਿੱਕੀ ਜਿਹੀ, ਉਹ ਕਦੀ ਮਰਦੀ ਨਹੀਂ, ਤੇ ਜਿਹੜਾ ਅੰਸ਼ੀ ਉਹਨੇ ਕਿੱਥੇ ਮਰਨਾ? ਨਿਰਭਉ, ਉਹਨੂੰ ਕੋਈ ਭੈ ਨਹੀਂ ਕਿਸੇ ਦਾ। ਅਗਲਾ ਸ਼ਬਦ ਹੈ ਨਿਰਵੈਰ, ਉਹ ਕਿਸੇ ਨਾਲ ਵੈਰ ਨਹੀਂ ਕਮਾਉਂਦਾ। ਸੱਚ ਇਹ ਵੀ ਗੁਰਮੁਖੋ, ਅੱਗੇ ਆਪ ਜੀ ਦੇਖੋਗੇ ਜਪਜੀ ਸਾਹਿਬ 'ਚ, ਜਦੋਂ ਅੱਤ ਦਾ ਦੁੱਖ ਵੀ ਆ ਜਾਏ ਨਾ, ਖਾਲਸਾ ਜੀ ਕਦੀ ਨਹੀਂ ਕਹਿਣਾ ਰੱਬ ਮੇਰੇ ਨਾਲ ਵੈਰ ਕਮਾ ਰਿਹਾ, ਨਾ, ਉਹ ਕਦੀ ਕਿਸੇ ਨਾਲ ਵੈਰ ਨਹੀਂ ਕਮਾਉਂਦਾ। ਇਹ ਕਾਰਨ ਜਿੱਥੇ ਅੱਤ ਦਾ ਦੁੱਖ ਵੀ ਹੁੰਦਾ ਹੈ, ਉੱਥੇ ਗੁਰਦੇਵ ਰੱਬ ਦੀ ਨਿਰਵੈਰਤਾ ਬਾਰੇ ਕਹਿੰਦੇ ਆ, ਦੱਦਾ ਦੋਸ਼ ਨਾ ਦਿਉ ਕਿਸੇ, ਦੋਸ਼ ਕਰਮਾ ਆਪਣੇ ਆ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰਜਨ। ਆਪ ਕਮਾਨਾ ਵਿਛੜੀ, ਤੇਰਾ ਕੀ ਕਸੂਰ? ਇੱਕ ਬਚਨ ਅਸੀਂ ਪੜ੍ਹਨੇ ਆ, ਤੈਸੈ ਮਨ ਮੈਂ ਕੀਆ ਰੋਸ ਮੁਝ ਅਵਗਣ, ਸ਼ਾਇ ਨਾਏ ਦੋਸਤ, ਤੂੰ ਤੇਰਾ ਤੇ ਦੋਸ਼ ਕੇ ਇਲਾਵਾ ਤੈਨੂੰ ਤੋਂ ਵੈਰ ਹੀ ਕੋਈ ਨਹੀਂ। ਕਿਸੇ ਨਾਲ ਵੈਰ ਨਹੀਂ ਕਮਾਉਂਦਾ, ਉਹ ਨਿਰਵੈਰ ਹੈ। ਫਿਰ ਬਿਨਤੀ ਨਿਰਭਉ ਹੈ, ਇੱਕ ਓੰਕਾਰ ਨਿਰਵੈਰ ਹੈ। ਅਗਲਾ ਬਚਨ ਹੈ ਅਕਾਲ ਮੂਰਤ। ਇਹਦਾ ਪਾਠ ਮੂਰਤ ਨਹੀਂ ਕਰਨਾ, ਪਾਠ ਅਕਾਲ। ਕਾਲ ਦੇ ਅਗੇਤਰ ਐੜਾ ਲੱਗਾ। ਉਂਝ ਵੈਸੇ ਕਾਲ ਦਾ ਅਰਥ ਮੌਤ ਵੀ ਹੈ, ਕਾਲ ਦਾ ਅਰਥ ਟਾਈਮ ਵੀ ਹੈ, ਕਾਲ ਦਾ ਅਰਥ ਚਲੋ ਸਮਾਂ ਸੀ ਕਰਨੇ, ਇੱਥੇ ਐੜਾ ਅਗੇਤਰ ਲਾ ਦਿੱਤਾ ਅਕਾਲ। ਅਕਾਲ ਦਾ ਮਤਲਬ ਹੈ ਜਿਹਦੇ ਉੱਤੇ ਸਮਾਂ ਕਦੀ ਪ੍ਰਭਾਵ ਨਹੀਂ ਪਾਉਂਦਾ। ਹਰ ਚੀਜ਼ ਸਮੇਂ ਦੇ ਅਧੀਨ ਹੈ, ਪਰ ਉਹ ਸਮੇਂ ਤੋਂ ਉੱਪਰ ਹੈ। ਜਿਵੇਂ ਅਸੀਂ ਜਿੰਨੇ ਬੈਠੇ ਹਾਂ, ਕਿ ਅਸੀਂ ਸਮੇਂ ਦੇ ਅਧੀਨ ਨਹੀਂ? ਇੱਕ ਨਿੱਕੇ ਜਿਹੇ ਸੈੱਲ ਤੋਂ ਟਾਈਮ ਸ਼ੁਰੂ ਹੋਇਆ। ਟਾਈਮ ਨੇ ਤਾਂ ਉਦੋਂ ਵੀ ਕੰਮ ਕਰ ਦਿੱਤਾ ਜਦੋਂ ਅਸੀਂ ਜੰਮੇ ਨਹੀਂ ਸਾਂ, ਕਿਉਂਕਿ ਟਾਈਮ ਹੀ ਸੀ ਜਿਹੜਾ ਦਸੀ ਮਾਸੀ ਸਾਨੂੰ ਪੂਰਾ ਪ੍ਰੋਸੈਸ, ਸਾਡਾ ਜਨਮ ਹੁੰਦਾ ਹੈ। 6 ਮਹੀਨਿਆਂ 'ਚ ਸਾਡਾ ਪੂਰਾ ਸਰੀਰ ਦਾ ਢਾਂਚਾ ਬਣਦਾ ਹੈ, ਉਹ ਵੀ ਤਾਂ ਟਾਈਮ ਹੈ ਨਾ। ਗੰਢੇਂਦਿਆਂ ਇਹ ਟਾਈਮ ਆ ਗਿਆ ਨਾ, ਪਰ ਉਹਦੇ ਤੇ ਮਹੀਨੇ ਕੋਈ ਨਹੀਂ ਲਾਗੂ ਹੁੰਦੇ। 6 ਮਹੀਨਿਆਂ 'ਚ ਬੋਡੀ ਬਣਦੀ, 9 ਮਹੀਨੇ ਦਸੀ ਮਾਸੀ ਜਨਮ ਹੁੰਦਾ ਹੈ। ਸੱਚ ਐਵੇਂ ਅਸੀਂ ਨਾ ਵੀ ਮੰਨੀਏ, ਇੱਕ ਬੰਦਾ ਬਿਲਕੁਲ ਬਾਹਰ ਨਾ ਵਿਚਰੇ, ਇੱਕ ਕਮਰੇ 'ਚ ਸਾਰੀ ਜ਼ਿੰਦਗੀ ਰੋਟੀ ਪਾਣੀ ਦਿੰਦੇ ਰਹੋ, ਬੂਹੇ ਬੰਦ ਕਰ ਦਿਓ, ਪਰ ਟਾਈਮ ਬੰਦ ਬੂਹਿਆਂ 'ਚ ਵੀ ਕੰਮ ਕਰ ਜਾਂਦਾ ਹੈ। ਉਹ ਤੇ ਬਚਪਨ ਆਉਣਾ, ਜਵਾਨੀ ਆਉਣੀ, ਬੁਢੇਪਾ ਆਉਣਾ, ਸਮੇਂ ਨੂੰ ਲੈ ਜਾਣਾ। ਹਰ ਚੀਜ਼ ਤੂੰ ਅਕਾਲ ਪੁਰਖ ਨਾਹੀਂ ਸਿਰ ਕਾਲਾ, ਤੇਰੇ ਉੱਪਰ ਕੋਈ ਟਾਈਮ ਦਾ ਕੁੰਡਾ ਨਹੀਂ ਕੰਮ ਕਰਦਾ। ਬਾਕੀ ਸਭ ਤੇ ਕਾਲ ਪਾਏ ਬ੍ਰਹਮਾ ਬਵਤਰਾ, ਕਾਲ ਪਾਏ ਸ਼ਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ, ਪਰ ਉਹ ਅਕਾਲ ਹੈ, ਉਸ ਉੱਪਰ ਕੋਈ ਸਮੇਂ ਦਾ ਅਸਰ ਨਹੀਂ। ਮੈਂ ਇੱਕ ਵਾਰ ਕਿਹਾ ਸੀ, ਇਹ ਸ਼ਬਦ ਬੜੀ ਵੱਡੀ ਬਖਸ਼ਿਸ਼ ਹੈ, ਅਕਾਲ, ਕੋਈ ਸਮੇਂ ਦਾ ਅਸਰ ਨਹੀਂ। ਇਸੇ ਕਰਕੇ ਸਿੱਖ ਅਕਾਲ ਪੁਰਖ ਕੀ ਫੌਜ ਹੈ, ਅਕਾਲ ਪੁਰਖ ਨੂੰ ਮੰਨਦਾ ਹੈ, ਅਕਾਲ ਤਖਤ ਇਹਦੇ ਕੋਲ। ਇਹ ਟਾਈਮਲੈਸ ਹੈ। ਮਹਾਰਾਜ ਕਹਿੰਦੇ ਨੇ, ਅਗਲਾ ਸ਼ਬਦ ਹੁਣ ਆ ਗਿਆ ਜੀ ਮੂਰਤ। ਮੂਰਤ ਦਾ ਲਫ਼ਜ਼ੀ ਅਰਥ ਚਿੱਤਰ ਹੁੰਦਾ, ਕਈ ਵਾਰੀ ਅਸੀਂ ਕਹਿੰਦੇ ਹਾਂ ਨਾ। ਉਂਝ ਵੈਸੇ ਅਸੀਂ ਹੁਣ ਇੱਕ ਪਾਠ ਕੀਤਾ ਅਚਲ ਮੂਰਤ ਜਾਪ ਸਾਹਿਬ 'ਚ, ਇੱਥੇ ਆਇਆ ਅਕਾਲ ਮੂਰਤ। ਇੱਥੇ ਮੂਰਤ ਦਾ ਅਰਥ ਫੋਟੋ ਨਹੀਂ, ਜਿੰਨੀ ਕੁ ਸਮਝ ਪਈ। ਮੂਰਤ ਦਾ ਅਰਥ ਹੈ ਹਸਤੀ ਹੋਂਦ, ਉਹ ਸਮੇਂ ਤੋਂ ਉੱਪਰ ਹੈ। ਪਰ ਇਸ ਬੁੱਧਕ ਤਲ ਤੇ ਘੋੜੇ ਨਾ ਦੌੜਾਈ, ਸਮੇਂ ਤੋਂ ਉੱਤੇ ਕਿਵੇਂ ਹੋ ਸਕਦਾ ਹੈ? ਕਹਿੰਦੇ ਟਾਈਮ ਲੈਸ ਹੈ, ਪਰ ਹੈ ਜ਼ਰੂਰ।
ਉਹ ਮੂਰਤਾਂ ਬਣਾਉਣ ਵਾਲਾ, ਆਪ ਮੂਰਤ ਕੋਈ ਨਹੀਂ ਉਹਦੀ। ਇਸੇ ਕਰਕੇ ਪੰਜਵੀਂ ਪੌੜੀ 'ਚ ਇਹਦੀ ਵਿਆਖਿਆ ਹੋਵੇਗੀ, ਥਾਪਿਆ ਨਾ ਜਾਏ ਕੀਤਾ ਨਾ ਹੋਏ, ਆਪੇ ਆਪ ਅਕਾਲ ਮੂਰਤ ਹੈ ਨਾ। ਉਹ ਸਮੇਂ ਦਾ ਕੋਈ ਅਸਰ ਨਹੀਂ ਉਹਦੇ ਤੇ, ਕੋਈ ਨਾ ਬਚਪਨ ਨਾ ਜਵਾਨੀ ਨਾ ਬੁਢੇਪਾ, ਅਕਾਲ ਮੂਰਤ। ਉਸ ਤੋਂ ਅੱਗੇ ਬਚਨ ਹੈ ਅਜੂਨੀ, ਉਹ ਜੂਨਾਂ 'ਚ ਨਹੀਂ ਆਉਂਦਾ। ਆ ਜਿਹੜੀਆਂ ਜੂਨਾਂ ਨੇ ਪ੍ਰੋਸੈਸ ਹੈ ਜੀ, ਕਿ ਇੱਕ ਜੀਵ ਕਿੰਨਾ ਕੁ ਤੁਰਦਾ ਹੈ, ਫਿਰ ਉਸ ਤੋਂ ਅੱਗੇ ਜਾਂਦਾ ਹੈ, ਉਹ ਜੂਨਾਂ ਵਿੱਚ ਨਹੀਂ ਆਉਂਦਾ। ਗੁਰਮੁਖੋ ਧਿਆਨ ਦਿਆ ਜੇ, ਭਾਵੇਂ ਕਈ ਸੱਜਣ ਰੱਬ ਨੂੰ ਜੂਨਾਂ 'ਚ ਮਿਧਦੇ ਆ, ਪਰ ਮੈਂ ਬੇਨਤੀ ਕਰਾਂ, ਗੁਰੂ ਸਾਹਿਬ ਦਾ ਇੱਕ ਬਚਨ ਹੁੰਦਾ ਹੈ, ਸਗਲ ਪਰਾਧ ਦੇਹ ਲੌਰੂਨੀ, ਸੋ ਮੁਖ ਜਲੋ ਜਿਤ ਕੈ ਠਾਕੁਰ ਜੋਨੀ। ਕੱਲ ਇੱਕ ਬੇਨਤੀ ਕੀਤੀ, ਮਨ ਚ ਆਏਗਾ, ਆਪਾਂ ਤਾਂ ਕਹਿੰਦੇ ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ। ਜੂਨੀ ਇੱਕ ਕਰਮ ਚੱਕਰ ਹੈ, ਇਹ ਕਰਮ ਕੀਤਾ, ਆ ਜੂਨ ਮਿਲੀ, ਆ ਜੂਨ ਮਿਲੀ। ਅਜੂਨੀ ਉਹ ਜੂਨਾਂ 'ਚ ਨਹੀਂ ਆਉਂਦਾ, ਸੱਚੀ ਮੁੱਚ ਉਹਦੀ ਕੋਈ ਜੂਨ ਨਹੀਂ, ਉਹ ਨਾ ਬੰਦਾ ਹੈ। ਇਸੇ ਕਰਕੇ ਮੈਂ ਬੇਨਤੀ ਕਰਾਂਗਾ, ਗੁਰੂ ਗ੍ਰੰਥ ਸਾਹਿਬ ਵਿੱਚ ਰੱਬ ਲਈ ਇੱਕ ਲਿੰਗ ਨਿਰਧਾਰਿਤ ਨਹੀਂ ਕੀਤਾ। ਠੀਕ ਹੈ, ਅਸੀਂ ਬਹੁਵਚਨ 'ਚ ਵਰਤਨੇ ਆ, ਪਰਮਾਤਮਾ ਬਹੁਵਚਨ, ਪਰ ਗੁਰੂ ਗ੍ਰੰਥ ਸਾਹਿਬ 'ਚ ਤਾਂ ਮਾਈ ਵੀ ਕਹੇ, ਹਰ ਜੀ ਮਾਤਾ, ਹਰ ਜੀ ਪਿਤਾ, ਹਰ ਜੀਓ ਪ੍ਰਤਪਾਲਕ। ਮੈਂ ਇੱਕ ਹੋਰ ਬੇਨਤੀ ਕਰਾਂ, ਇੱਕ ਵਾਰ ਇੱਥੇ ਕਿਹਾ ਸੀ, ਦੁਨਿਆਵੀ ਸਿਸਟਮ ਵਿੱਚ ਪਿਤਾ ਪਿਤਾ ਹੈ, ਪਤੀ ਪਤੀ ਹੈ। ਕਦੀ ਕਿਸੇ ਨੇ ਪਿਤਾ ਨੂੰ ਪਤੀ ਕਹਿ ਕੇ ਆਵਾਜ਼ ਮਾਰੀ? ਪਰ ਗੁਰੂ ਗ੍ਰੰਥ ਸਾਹਿਬ ਤੇ ਮਾਰੀ ਇੱਕ ਦੀ ਖੂੰਦ। ਇੱਕ ਪਾਸੇ ਕਿਹਾ ਮੈਂ ਕਾਮਣ ਮੇਰਾ ਕੰਤ ਕਰਤਾਰ, ਦੂਜੇ ਪਾਸੇ ਉਸੇ ਗੁਰੂ ਦਾ ਬਚਨ ਅਸੀਂ ਪੜ੍ਹਿਆ, ਹਰਜੀ ਮਾਤਾ ਹਰਜੀ ਪਿਤਾ। ਮੈਂ ਫਿਰ ਬੇਨਤੀ ਕਰਾਂਗਾ, ਇਸ ਵਿਸ਼ੇ ਈਵਨ ਉਸ ਦਾ ਕੋਈ ਸਾਡੀ ਤਰ੍ਹਾਂ ਨਿਰਧਾਰਿਤ ਨਹੀਂ ਕੀਤਾ ਜਾ ਸਕਦਾ, ਇਸਤਰੀ ਕਹੇ ਮਰਦ ਕਹੇ, ਇਹ ਸਾਰੇ ਸ਼ਬਦ ਬੰਦੇ ਦੇ ਅੰਦਰ ਨੂੰ ਸਮਝਾਉਣ ਲਈ ਨੇ। ਇੱਥੋਂ ਤੱਕ ਰੱਬ ਉੱਤੇ ਕਿਸੇ ਮਜਬ ਦਾ ਕਾਨੂੰਨ ਲਾਗੂ ਨਹੀਂ ਹੁੰਦਾ। ਨਮਸਤੰਗ ਅਮਜਬੇ, ਤੈਨੂੰ ਨਮਸਕਾਰ ਕਰਨਾ, ਤੇਰੇ ਉੱਤੇ ਕੋਈ ਮਜਬ ਆਪਣਾ ਠੋਕ ਨਹੀਂ ਸਕਦਾ ਕਿ ਰੱਬ ਸਾਡਾ ਹੈ। ਬੜੀ ਵੱਡੀ ਵਿਸ਼ਾਲਤਾ ਹੈ ਗੁਰਮਤਿ ਦੀ, ਕੋਈ ਉੱਤੇ ਕਹਿ ਸਕਦਾ। ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ, ਅਸਲ 'ਚ ਅਜੂਨੀ ਉਹ ਜੂਨਾਂ 'ਚ ਨਹੀਂ ਆਉਂਦਾ। ਜਿਹੜਾ ਜੂਨਾਂ 'ਚ ਆਏਗਾ ਉਹ ਅਕਾਲ ਨਹੀਂ ਹੋਏਗਾ, ਕਿਉਂਕਿ ਜੂਨ ਦੀ ਸਮੱਸਿਆ ਹੈ, ਕਿਉਂਕਿ ਉਹ ਟਾਈਮ ਉਹਦੇ ਤੇ ਲਾਗੂ ਹੁੰਦਾ ਹੈ। ਫਿਰ ਬੇਨਤੀ ਹੈ, ਜਿਹੜਾ ਜੂਨ 'ਚ ਆਇਆ ਉਹ ਜੰਮਿਆ ਹੈ, ਜਵਾਨ ਹੋਇਆ, ਬੁੱਢਾ ਹੋਇਆ, ਮਰੇਗਾ, ਪਰ ਜੇ ਉਹਨੂੰ ਜੂਨਾਂ 'ਚ ਲਿਆਂਦਾ ਤੇ ਪਹਿਲਾ ਸ਼ਬਦ ਨਹੀਂ ਟੁਕੇਗਾ, ਅਕਾਲ ਮੂਰਤ, ਕਿਉਂਕਿ ਜੂਨ ਸਮੇਂ ਅਨੁਸਾਰ ਚੱਲ ਰਹੀ ਹੈ ਨਾ, ਉਹ ਕੋਈ ਜੂਨਾਂ 'ਚ ਨਹੀਂ ਹੁੰਦਾ। ਗੁਰੂ ਜੀ ਕਹਿੰਦੇ ਨੇ, ਨਾ ਤਾਤਾ ਹੈ, ਨਾ ਮਾਤਾ ਹੈ, ਨਾ ਜਾਤਾ ਹੈ, ਨਾ ਪਾਤਾ ਹੈ, ਨਿਰਸਾਕੰਗ ਸ਼ਰੀਕ ਹੈ। ਤੇਰੀ ਕੋਈ ਜਾਤ ਨਹੀਂ, ਕੋਈ ਪਾਤ ਨਹੀਂ, ਤੇਰੀ ਕੋਈ ਮਾਈ ਨਹੀਂ, ਕੋਈ ਤੇਰਾ ਬਾਪ ਨਹੀਂ, ਅਜੂਨੀ। ਹੁਣ ਫਿਰ ਇੱਕ ਸਵਾਲ ਉੱਠਿਆ, ਮਹਾਰਾਜ ਇਹ ਤਾਂ ਕਹਿ ਦਿੱਤਾ ਉਹ ਸੱਚ ਹੈ, ਇੱਕ ਸਰਬ ਵਿਆਪਕ ਹੈ, ਕਰਤਾ ਹੈ, ਉਹ ਨਿਰਭਉ ਹੈ, ਨਿਰਵੈਰ ਹੈ, ਸਮੇਂ ਤੋਂ ਰਹਿਤ ਉਹਦੀ ਹੋਂਦ ਹੈ, ਜੂਨਾਂ 'ਚ ਨਹੀਂ ਆਉਂਦਾ। ਪਰ ਸਾਨੂੰ ਇੱਕ ਦੱਸੋ, ਆਖਰ ਉਹਦੀ ਹੋਂਦ ਕਿੱਥੋਂ ਬਣੀ? ਕੋਈ ਉਹਦਾ ਅੰਤ ਹੈ, ਕੋਈ ਆਦਿ ਹੈ, ਕਿੱਥੋਂ ਬਣਿਆ? ਸਾਨੂੰ ਦੱਸੋ। ਮਹਾਰਾਜ ਨੇ ਸ਼ਬਦ ਵਰਤਿਆ ਸੈਭੰ, ਇਹ ਸ਼ਬਦ ਹੈ ਸਵੈਭੂ। ਮਹਾਰਾਜ ਨੇ ਸ਼ਬਦ ਵਰਤਿਆ, ਚਤਰ ਚੱਕਰ ਵਰਤੀ, ਚਤਰ ਚੱਕਰ ਭੁਗਤੇ, ਸੁਯੰਭਵ ਸੁਭੰਗ ਸਰਬਦਾ ਸਰਬ ਜੁਗਤੇ। ਅਸੀਂ ਪਾਠ ਦਾ ਜੋ ਕਰਾਇਆ, ਸਾਨੂੰ ਸੈਭੰ, ਸੈ ਦਾ ਅਰਥ ਸਵਯੰ, ਸਵਯੰਭੂ, ਇਹਦਾ ਅਰਥ ਹੋ ਗਿਆ ਜਿਹਨੂੰ ਕਿਸੇ ਨਹੀਂ ਬਣਾਇਆ, ਉਹ ਆਪਣੇ ਆਪ ਹੀ ਹੈ, ਕਿਸੇ ਨਹੀਂ ਬਣਾਇਆ ਉਹਨੂੰ। ਫਿਰ ਬੇਨਤੀ ਸੁਣਿਓ ਗੁਰਮੁਖੋ, ਇਸ ਅਰਥ ਨੂੰ ਸਵੈੰਭੂ ਸੈਭੰ, ਇਹਦੇ ਅਰਥ ਇਹ ਨਹੀਂ, ਭੰਗ ਦਾ ਅਰਥ ਇਹ ਨਹੀਂ ਕਰਨਾ, ਖੰਡਨ ਕਰ ਦਿੰਦਾ। ਸਵੈੰਭੂ ਉਹ ਆਪਣੇ ਆਪ ਹੀ ਹੈ, ਜਿਹਨੂੰ ਗੁਰੂ ਸਾਹਿਬ ਨੇ ਕਿਹਾ, ਆਪੀ ਨੇ ਆਪ ਸਾਜਿਓ, ਆਪੀ ਨੇ ਰਚਿਓ ਨਾਉ। ਤੈਨੂੰ ਕਿਸੇ ਨਹੀਂ ਬਣਾਇਆ, ਤੂੰ ਆਪਣੇ ਆਪ ਹੈ, ਕੋਈ ਨਹੀਂ ਤੇਰੇ ਬਾਰੇ ਜਾਣਦਾ। ਹੇ ਗੁਰੂ ਨਾਨਕ ਸਾਹਿਬ ਜੀ, ਬਖਸ਼ਿਸ਼ ਕੀਤੀ, ਏਡੇ ਆਹ ਗੁਣ ਤੁਸੀਂ ਦਿੱਤੇ ਕਿ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ। ਤੇ ਹੁਣ ਸਾਨੂੰ ਇੱਕ ਤਰੀਕਾ ਦੱਸੋ ਜਿਹੜਾ ਏਡਾ ਵੱਡਾ, ਉਹਨੂੰ ਮਿਲ ਵੀ ਸਕਾਂਗੇ। ਜਿਹੜੇ ਏਡੇ ਬਖਸ਼ਿਸ਼ ਭਰੇ ਬੋਲ ਕੇ ਇੱਕ ਓੰਕਾਰ ਬਾਰੇ, ਗੁਰਮੁਖੋ ਯਾਦ ਰੱਖਿਓ, ਇਸ ਗੱਲ ਨੂੰ ਕਦੀ ਭੁੱਲਿਓ ਨਾ ਜ਼ਿੰਦਗੀ 'ਚ। ਗੁਰੂ ਜੀ ਨੇ ਇੱਥੇ ਨਹੀਂ ਕਿਹਾ ਤੂੰ ਜਪ, ਇੱਥੇ ਨਹੀਂ ਕਿਹਾ ਜਪ, ਇੱਥੇ ਨਹੀਂ ਕਿਹਾ ਤੂੰ ਨਾਮ ਕਰ ਓਏ, ਉਹ ਬਾਣੀ ਪੜ੍ਹ ਓਏ। ਗੁਰੂ ਸਾਹਿਬ ਨੇ ਇੰਨੇ ਗੁਣ, ਸਹਿਭੰਗ ਤੱਕ ਉਹਦੇ ਗੁਣ ਨੇ। ਅੱਗੇ ਮੇਰੇ ਮੁਰਸ਼ਿਦ ਨੇ ਕਿਹਾ ਗੁਰ ਪ੍ਰਸਾਦ,
ਪੱਪੇ ਦੇ ਪੈਰ 'ਚ ਰਾਹ ਹੈ ਜੀ। ਹਾਂ, ਪੂਰਾ ਰਾਹ ਵੀ ਆਉਂਦਾ, ਪ੍ਰਸਾਦੀ ਵੀ ਆਉਂਦਾ, ਪ੍ਰਸਾਦ। ਤੇ ਗੁਰਮੁਖੋ, ਇਹਨੂੰ ਕਦੀ ਵੀ ਪ੍ਰਸ਼ਾਦ ਨਹੀਂ ਬੋਲਣਾ। ਚਲੋ ਆਪ ਸੰਥਿਆ ਕਰਨ ਵਾਲੇ ਤਾਂ ਬੈਠੇ ਹੋ, ਕਈ ਸੱਜਣਾਂ ਨੂੰ ਨਹੀਂ ਪਤਾ ਹੁੰਦਾ, ਜੇ ਅਸੀਂ ਸੱਸੇ ਦੇ ਪੈਰ 'ਚ ਬਿੰਦੀ ਲਾ ਦਿੱਤੀ ਨਾ, ਬਿਲਕੁਲ ਅਨਰਥ ਹੋ ਜਾਣੇ ਨੇ। ਪ੍ਰਸ਼ਾਦ ਦਾ ਅਰਥ ਦੇਗ, ਪ੍ਰਸ਼ਾਦਾ ਛਕਣ ਵਾਲਾ। ਤੇ ਇੱਥੇ ਪ੍ਰਸਾਦ ਦਾ ਅਰਥ ਹੈ ਗ੍ਰੇਸ, ਕਿਰਪਾ, ਅਨੁਗ੍ਰਹਿ, ਦਿਆਲਤਾ। ਮਹਾਰਾਜ ਨੇ ਏਡੀ ਵੱਡੀ ਬਖਸ਼ਿਸ਼ ਕਰਤੀ ਸਾਡੇ ਤੇ। ਕਹਿੰਦੇ ਨੇ ਇਹ ਜਿਹਦੇ ਗੁਣ ਮੈਂ ਤੈਨੂੰ ਦੱਸੇ ਨੇ, ਤੇਰੀ ਸਾਧਨਾ ਨਾਲ ਨਹੀਂ, ਤੇਰੇ ਗੁਣਾਂ ਨਾਲ ਨਹੀਂ, ਤੇਰੀ ਲਿਆਕਤ ਨਾਲ ਨਹੀਂ, ਜੇ ਉਹਦੀ ਪ੍ਰਾਪਤੀ ਹੋਣੀ ਹੈ ਤੇ ਗੁਰ ਪ੍ਰਸਾਦ ਪੂਰੇ ਗੁਰੂ ਦੀ ਕਿਰਪਾ ਨਾਲ ਹੋਵੇਗੀ। ਗੁਰ ਪ੍ਰਸਾਦ ਉਹਦੀ ਮਿਹਰ ਹੋਵੇ ਤਾਂ। ਇੱਥੇ ਥੋੜੇ ਜਿਹੇ ਅਰਥ ਗੁਰ ਪ੍ਰਸਾਦ ਉਂਝੇ ਵੀ ਹੁੰਦਾ, ਏਕ ਓੰਕਾਰ ਸਤਿਗੁਰ ਪ੍ਰਸਾਦ। ਮੈਂ ਹੁਣ ਇੱਕ ਬੇਨਤੀ ਕੀਤੀ ਸੀ ਵੀ ਗੁਰੂ ਗ੍ਰੰਥ ਸਾਹਿਬ ਵਿੱਚ 523 ਵਾਰ ਆਇਆ ਏਕ ਓੰਕਾਰ ਸਤਿਗੁਰ ਪ੍ਰਸਾਦ। ਇੱਕ ਛੋਟੀ ਜਿਹੀ ਸਾਖੀ ਸਿਰਫ ਮੈਂ ਕਹਿ ਦੇਣਾ, ਜਿਹੜਾ ਗੁਰ ਪ੍ਰਸਾਦ ਹੈ ਨਾ, ਇਹ ਬੜੀ ਵੱਡੀ। ਅੱਜ ਵੀ ਅਸੀਂ ਬੈਠੇ ਗੱਲ ਕਰ ਰਹੇ ਸੀ, ਪਤਾ ਨਹੀਂ ਕਿਤੇ ਟਿਕੇ ਸਾਂ, ਤੇ ਮੈਂ ਇੱਕੋ ਬੇਨਤੀ ਕੀਤੀ ਜੀ, ਗੁਰੂ ਗ੍ਰੰਥ ਸਾਹਿਬ ਤੋਂ ਸਿਰਫ ਪ੍ਰਸਾਦ ਹੀ ਮੰਗੋ, ਰੱਬ ਤੋਂ ਕਿਰਪਾ ਹੀ ਮੰਗੀਏ, ਕਿਉਂਕਿ ਕਿਰਪਾ ਕਦੀ ਬੰਦੇ ਦੇ ਅੰਦਰ ਦੇ ਜੀਵਨ ਨੂੰ ਨਹੀਂ ਦੇਖਦੀ, ਨਾ ਉਹ ਗੁਣ ਦੇਖਦੀ ਹੈ, ਨਾ ਔਗਣ ਦੇਖਦੀ ਹੈ। ਹੁਣ ਤੁਸੀਂ ਦੇਖੋ, ਸਰੀਰ ਇੰਨਾ ਭਰਿਆ ਔਗਣਾਂ ਨਾਲ, ਜਿੰਦਾ ਸਮੁੰਦਰ ਦਾ ਪਾਣੀ, ਤੇ ਗੁਰੂ ਜੀ ਕਹਿੰਦੇ ਆ ਇਹ ਗੁਣਾਂ ਨਾਲ ਨਹੀਂ ਛੁੱਟਣਾ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ ਅੱਗੇ ਕੀ ਹੈ, ਦਇਆ ਕਰੋ, ਕਿਉਂਕਿ ਦਇਆ ਸਮੁੰਦਰ ਜਿਹਨੇ ਔਗਣ ਵੀ ਨਹੀਂ ਦੇਖਦੀ। ਦਇਆ ਕਰੋ, ਕਿਛ ਮਿਹਰ ਪਾਵੋ, ਫਿਰ ਕਿਰਪਾ ਆ ਗਈ। ਮਿਹਰ ਪਾਵੋ ਡੁੱਬਦੇ ਪੱਥਰ ਤਾਰੇ। ਇਹ ਕਹਿ ਦੇਣਾ ਕਿ ਜਿਵੇਂ ਮਿੱਟੀ ਦੇ ਬੁੱਤ ਨੂੰ ਜਿੰਨਾ ਪਾਣੀ ਨਾਲ ਧੋਵੋ ਮਿੱਟੀ ਹੀ ਨਿਕਲੇਗੀ, ਪਰ ਮਹਾਰਾਜ ਫਿਰ ਕਹਿੰਦੇ ਆ ਕਿਰਪਾ ਕਰੋ ਦੀਨ ਕੇ ਦਾਤੇ, ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ। ਮੈਂ ਆਪ ਨੂੰ ਬੇਨਤੀ ਕਰਾਂ, ਆ ਜਿਹੜਾ ਗੁਰ ਸ਼ਬਦ ਹੈ, ਇੱਥੇ ਵੈਸੇ ਗੁਰੂ ਲਫ਼ਜ਼ ਜਿਹੜਾ ਹੈ ਸੰਸਕ੍ਰਿਤ ਦਾ ਲਫ਼ਜ਼ ਹੈ, ਗ੍ਰੀ ਧਾਤੂ ਚੋਂ ਬਣਿਆ। ਇਹ ਦੋ ਅੱਖਰ ਨੇ, ਗੋ ਦਾ ਅਰਥ ਹੈ ਹਨੇਰਾ ਤੇ ਰੂ ਦਾ ਅਰਥ ਕਰਦੇ ਆ ਚਾਨਣ। ਗੁਰੂ ਉਹ ਜੋ ਅਗਿਆਨਤਾ ਦਾ ਹਨੇਰਾ ਮਿਟਾ ਕੇ ਪ੍ਰਕਾਸ਼ ਕਰਦਾ। ਇੱਥੇ ਮਹਾਰਾਜ ਕਹਿੰਦੇ ਆ ਗੁਰ ਪ੍ਰਸਾਦ। ਗੁਰ ਪ੍ਰਸਾਦ ਦਾ ਅਰਥ ਹੈ ਗੁਰੂ ਦੀ ਕਿਰਪਾ। ਇੱਕ ਸਵਾਲ ਇੱਥੇ ਫਿਰ ਉੱਠੇਗਾ, ਗੁਰੂ ਨਾਨਕ ਸਾਹਿਬ ਦਾ ਗੁਰੂ ਕੌਣ? ਉਂਝ ਪਹਿਲੇ ਸ਼ਬਦ ਚ ਮਹਾਰਾਜ ਨੇ ਕਿਹਾ, ਹਰ ਬਿਨ ਜੀਓ ਜਲ ਬਲ ਜਾਓ। ਸ੍ਰੀ ਰਾਗ ਦਾ ਪਹਿਲਾ ਸ਼ਬਦ, ਰਹਾਉ ਦੀਆਂ ਤੁਕਾਂ। ਹਰ ਬਿਨ ਜੀਓ ਜਲ ਬਲ ਜਾਓ, ਮੈਂ ਆਪਣਾ ਗੁਰ ਪੂਛ ਦੇਖਿਆ, ਅਵਰ ਨਾਹੀ ਥਾਉ। ਕਿਹੜਾ ਗੁਰੂ? ਤਤ ਨਿਰੰਜਨ ਜੋਤ ਸਬਾਈ, ਸੋਂਗ ਭੇਦ ਨਾ ਭਾਈ ਜੀਓ। ਮੈਂ ਬੇਨਤੀ ਕਰਾਂ, ਸੋਂਗ ਭੇਦ ਨਾ ਕੋਈ ਜੀਓ। ਅਪਰੰਪਰ ਪਾਰ ਬ੍ਰਹਮ ਪਰਮੇਸ਼ਰ, ਨਾਨਕ ਗੁਰ ਮਿਲਿਆ ਸੋਈ ਜੀਓ। ਅਪਰੰਪਰ ਪਾਰ ਬ੍ਰਹਮ ਪਰਮੇਸ਼ਰ ਹੈ ਗੁਰੂ। ਜਾਂ ਸ਼ਬਦ ਅਗਲਾ ਕਹਿ ਦਿੱਤਾ, ਸ਼ਬਦ ਗੁਰੂ ਸੁਰ ਤੁਮ ਚੇਲਾ। ਮਹਾਰਾਜ ਕਹਿੰਦੇ ਨੇ ਅੱਜ ਜਿਹਦੇ ਤੈਨੂੰ ਗੁਣ ਦੱਸੇ ਆ, ਉਹ ਗੁਰ ਪ੍ਰਸਾਦ। ਇੱਕ ਉਦਾਹਰਨ ਮੈਂ ਇੱਕ ਵਾਰ ਦਿੱਤੀ ਸੀ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨਾ ਜੀ, ਇਹ ਆਨੰਦਪੁਰ ਸਾਹਿਬ ਬੜੇ ਚੋਜ ਕੀਤੇ। ਹਾਸ ਰਸ ਬਹੁਤ ਮਹਾਰਾਜ ਕਰਦੇ ਸਨ ਸਮਝਾਉਣ ਲਈ। ਤੇ ਇੱਕ ਵਾਰੀ ਕੀ ਹੋਇਆ, ਸਤਿਗੁਰੂ ਤਬੇਲੇ 'ਚ ਗਏ ਤੇ ਹਜ਼ੂਰ ਦੇ ਘੋੜਿਆਂ ਦੀ ਜਿਹੜੀ ਸੇਵਾ ਕਰਦੇ ਸਨ ਭਾਈ ਧੰਨਾ ਸਿੰਘ ਜੀ, ਪਿੰਡ ਉਹਨਾਂ ਦਾ ਨਸ਼ਹਿਰਾ ਪਨਵਾ। ਭਾਈ ਧੰਨਾ ਸਿੰਘ ਜੀ ਘੋੜਾ ਤਿਆਰ ਕਰਕੇ ਰੱਖਿਆ ਤੇ ਚਲੋ ਸਿੱਖ ਨਾਲ ਸਨ, ਤੇ ਗੁਰਦੇਵ ਨੇ ਖਲੋ ਕੇ ਕਿਹਾ, ਚਰਨ ਜੋੜਾ ਬੜਾ ਸੋਹਣਾ। ਰਕਾਬ ਵਿੱਚ ਟਿਕਾਣ ਤੋਂ ਪਹਿਲਾਂ ਕਹਿੰਦੇ ਨੇ, ਖਾਲਸਾ ਜੀ ਸਿੱਖੋ, ਜਿੰਨੀ ਦੇਰ ਚੱਕ ਮੈਂ ਆਪਣਾ ਪੈਰ ਰਕਾਬ ਵਿੱਚ ਰੱਖਣਾ, ਇੰਨੇ ਟਾਈਮ ਵਿੱਚ ਕੋਈ ਗੁਰੂ ਗ੍ਰੰਥ ਸਾਹਿਬ ਦੇ ਅਰਥ ਕਰੋ, ਕੋਈ ਕਰੋ ਅਰਥ। ਸਭ ਚੁੱਪ ਕਰ ਗਏ। ਜਦੋਂ ਫਿਰ ਕਿਹਾ ਕੋਈ ਅਰਥ ਕਰੋ, ਕਹਿੰਦੇ ਨੇ ਸਤਿਗੁਰੂ ਦੇ ਕੋਲ ਇੱਕ ਬਹੁਤ ਭਾਵਨਾ ਵਾਲਾ ਨਿਮਰਤਾ ਨਿਮਾਣਾ ਜਿਹਾ ਸਿੱਖ ਕਹਿੰਦਾ, ਮਹਾਰਾਜ ਆਪ ਚਰਨ ਟਿਕਾਓ, ਅਰਥ ਮੈਂ ਕਰਾਂਗਾ, ਪਰ ਕਿਰਪਾ ਤੁਹਾਡੀ ਹੋਵੇਗੀ। ਜਦੋਂ ਸਤਿਗੁਰਾਂ ਨੇ ਚਰਨ ਟਿਕਾਏ, ਉਹਨੇ ਇੰਨੀ ਦੇਰ ਤੱਕ ਕਹਿਤਾ, ਮਹਾਰਾਜ गुरु गोबिंद सिंह जी ने, सतगुरु गुरु ग्रंथ साहिब का अर्थ है एक ओंकार सतगुरु प्रसाद। महाराज नाले घोड़े ते चढ़ गए ते नाले कहंदे सिखा निखाल निखाल निखाल। हुण जेडे विद्वान ने पढ़े लिखे सन, समस्या खड़ी हो गई भी असीं ते मर गया पढ़ पढ़ के।
ਤੇ ਅਰਥ ਇੰਨੇ ਚਰਚ। ਤੇ ਉਹ ਕਹਿੰਦੇ ਨੇ ਮਹਾਰਾਜ ਗੁਰੂ ਗ੍ਰੰਥ ਸਾਹਿਬ ਤੋਂ ਇਤਨਾ ਪੜਾ। ਮਹਾਰਾਜ ਕਹਿੰਦੇ ਆ ਅਸਲ ਅਰਥ ਇਹੀ ਨੇ ਕਿ ਰੱਬ ਇੱਕ ਹੈ, ਸਰਬ ਵਿਆਪਕ ਹੈ, ਮਿਲਣਾ ਸਤਿਗੁਰੂ ਦੀ ਕਿਰਪਾ ਨਾਲ, ਬਾਕੀ ਤੋਂ ਇਸਕਾ ਪਰਮਾਰਥ ਹੈ, ਬਾਕੀ ਤਾਂ ਇਹਦਾ ਪਰਮਾਰਥ ਹੈ। ਮੈਂ ਬੇਨਤੀ ਕਰਾਂਗਾ ਗੁਰ ਪ੍ਰਸਾਦ, ਗੁਰੂ ਦੀ ਕਿਰਪਾ। ਤੇ ਗੁਰੂ ਗ੍ਰੰਥ ਸਾਹਿਬ 'ਚ ਬੜੇ ਬਚਨ ਐਸੇ ਨੇ ਕਿ ਗੁਰ ਪ੍ਰਸਾਦ ਜਦੋਂ ਵਰਤਦਾ, ਸਤਿਗੁਰੂ ਹੋਏ ਦਇਆਲ ਤਾਂ ਸਰਦਾ, ਆ ਗੁਰੂ ਪ੍ਰਸਾਦ ਹੈ। ਸਤਿਗੁਰੂ ਹੋਏ ਦਿਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰੂ ਹੋਏ ਦਿਆਲ ਨਾ ਕਬੂ ਝੂਰੀ ਹੈ, ਸਤਿਗੁਰੂ ਹੋਏ ਦਿਆਲ ਤਾਂ ਦੁੱਖ ਨਾ ਜਾਣੀਏ, ਸਤਿਗੁਰੂ ਹੋਏ ਦਿਆਲ ਤਾਂ ਹਰ ਰੰਗ ਮਾਣੀਏ, ਸਤਿਗੁਰੂ ਹੋਏ ਦਿਆਲ ਤਾਂ ਜਮ ਕਾ ਡਰ ਕਿਹਾ, ਸਤਿਗੁਰੂ ਹੋਏ ਦਿਆਲ ਤਾਂ ਸਦ ਹੀ ਸੁਖ ਦੇਹਾ, ਸਤਿਗੁਰੂ ਹੋਏ ਦਿਆਲ ਤਾਂ ਨਵਨਿਤ ਪਾਈਐ, ਸਤਿਗੁਰੂ ਹੋਏ ਦਿਆਲ ਤਾਂ ਸੱਚ ਸਮਾਈਏ, ਓਂਕਾਰ ਸਮਾ ਗਏ। ਮਹਾਰਾਜ ਨੇ ਸ਼ਬਦ ਵਰਤੇ, ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਆ ਗੁਰ ਪ੍ਰਸਾਦ ਹੈ। ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਕੋ ਗੁਰ ਸਦਾ ਦਿਆਲ, ਸਿੱਖ ਕੀ ਗੁਰ ਦੁਰਮਤ ਮਲ ਗਿਰੈ, ਗੁਰ ਬਚਨੀ ਖਰ ਨਾਮ ਉਚਰੈ, ਸਤਿਗੁਰ ਸਿੱਖ ਕੇ ਬੰਧਨ ਕਾਟੈ, ਗੁਰ ਕਾ ਸਿੱਖ ਬੇਕਾਰ ਤੇ ਹਟੈ। ਤੇ ਨਾਮ ਵੀ ਕਿਰਪਾ ਵਿੱਚ ਹੀ ਆਉਂਦਾ। ਸਤਿਗੁਰ ਸਿੱਖ ਕੋ ਨਾਮ ਤੰਦੇ, ਗੁਰ ਕਾ ਸਿੱਖ ਵਡਭਾਗੀ ਹੈ, ਸਤਿਗੁਰ ਸਿੱਖ ਕਾ ਹਾਲਤ ਪਲਤ ਸਵਾਰ ਹੈ, ਨਾਨਕ ਸਤਿਗੁਰ ਸਿੱਖ ਕੋ ਜੀ ਨਾਲ ਸਮਾਰ ਹੈ। ਮੈਂ ਬੇਨਤੀ ਕਰਾਂ ਗੁਰ ਪ੍ਰਸਾਦ, ਗੁਰੂ ਕਿਰਪਾ। ਤੇ ਇਹ ਵੀ ਸੱਚ, ਉਹ ਪਿਛਲੇ ਦਿਨ ਮੈਂ ਕਿਹਾ ਬਾਬਾ ਫਰੀਦ ਜੀ ਦਾ ਇੱਕ ਬਚਨ ਹੈ, ਮੈਂ ਜਾਣਿਆ ਵਡਹੰਸ ਹੈ। ਇਹ ਦੋ ਵਾਰੀ ਬਚਨ ਆਉਂਦਾ ਜੀ ਵਡਹੰਸ ਰਾਗ ਵਿੱਚ ਵੀ। ਮੈਂ ਜਾਣਿਆ ਵਡਹੰਸ ਹੈ ਤਾਂ ਮੈਂ ਕੀਤਾ ਸੰਗ, ਮੈਨੂੰ ਕੀ ਪਤਾ ਸੀ ਇਹ ਕਾਲਾ ਕਾਂ ਨਿਕਲਣਾ, ਬਗਲਾ ਹੈ। ਚੰਗਾ ਸਮਝ ਕੇ ਮੈਂ ਨੇੜੇ ਲੱਗ ਗਈ, ਚੰਗਾ ਸਮਝ ਕੇ ਮੈਂ ਇਹਦੀ ਸੰਗਤ ਕੀਤੀ। ਮੈਂ ਜਾਣਿਆ ਵਡਖੰਸ ਹੈ ਤਾਂ ਮੈਂ ਕੀਤਾ ਸੰਗ, ਜੇ ਜਾਣਾ ਬਗ ਬਪੜਾ ਤਾਂ ਜਨਮ ਨਾ ਭੇੜੀ ਅੰਗ। ਮੈਨੂੰ ਪਤਾ ਹੁੰਦਾ ਹੈ ਬਗਲਾ, ਮੈਂ ਕਿਉਂ ਨੇੜੇ ਲੱਗਦੀ। ਅੱਗੇ ਮਹਾਰਾਜ ਕਹਿੰਦੇ ਆ ਮਹੱਲਾ ਪਹਿਲਾ, ਕਿਆ ਹੰਸ ਕਿਆ ਬਗਲਾ, ਜਾਂ ਕੋ ਨਦਰ ਕਰੇ ਜੋ ਤਿਸ ਭਾਵੈ, ਨਾਨਕਾ ਕਾਗੋਂ ਹੰਸ ਕਰੇ, ਇਹ ਗੁਰ ਪ੍ਰਸਾਦ ਹੈ। ਕੱਚੋ ਕੰਚਨ ਭਇਓ, ਸ਼ਬਦ ਗੁਰ ਸਰਵਣੇ ਸੁਣਿਓ, ਬਿਖਤੇ ਅੰਮ੍ਰਿਤ ਹੋਇਓ, ਨਾਮ ਸਤਿਗੁਰ ਮੁਖ ਭਣਿਓ, ਲੋਇਓ ਹੋਇਓ ਲਾਲ ਨਦਰ, ਸਤਿਗੁਰ ਜਦ ਧਾਰੈ ਗੁਰ ਪ੍ਰਸਾਦ। ਮਹਾਰਾਜ ਨੇ ਇੱਕੋ ਗੱਲ ਮੁਕਾਈ ਵੀ ਖਾਲਸਾ ਜੀ ਸਿੱਖਾਂ ਨੂੰ, ਸਾਨੂੰ ਸਭ ਨੂੰ ਗੁਰ ਪ੍ਰਸਾਦ। ਹੁਣ ਇਸ ਤੋਂ ਅੱਗੇ ਮਹਾਰਾਜ ਇਹ ਗੁਰ ਪ੍ਰਸਾਦ ਤਾਂ ਕਹਿ ਦਿੱਤਾ, ਇਹਦੇ 'ਚ ਕੋਈ ਸਾਧਨਾ ਨਹੀਂ ਦੱਸੀ ਜੀ। ਸਾਧਨਾ ਸਮਝ ਕੇ ਪ੍ਰੈਕਟਿਸ ਨਹੀਂ ਦੱਸੀ, ਅਭਿਆਸ ਨਹੀਂ ਦੱਸਿਆ ਤੁਸੀਂ ਕੀ ਕਰੋ, ਬਸ ਇੱਕ ਦੇ ਗੁਣ ਗਾਈ ਗਏ। ਮਹਾਰਾਜ ਸਾਨੂੰ ਪ੍ਰੈਕਟਿਸ ਦੱਸੋ। ਕਹਿਣ ਲੱਗੇ ਹੁਣ ਜਪ। ਫਿਰ ਬੇਨਤੀ, ਇਸ ਦਾ ਵੈਸੇ ਵਿਦਵਾਨ ਕਹਿੰਦੇ ਆ ਜਪ ਇਹ ਬਾਣੀ ਦਾ ਸਰਲੇਖ ਹੈ, ਪਰ ਗੁਰਮੁਖ ਜਪਣ ਵਾਲੇ ਕਹਿੰਦੇ ਨੇ ਮਹਾਰਾਜ ਇਹਨੂੰ ਕਹਿੰਦੇ ਆ ਤੂੰ ਜਪ, ਤੂੰ ਸਿਮਰਨ ਕਰ। ਜਪ, ਜਪ ਦਾ ਅਰਥ ਹੁੰਦਾ ਹੈ ਕਿ ਕਿਸੇ ਸ਼ਬਦ ਨੂੰ ਵਾਰ-ਵਾਰ ਰਟਨ ਕਰਨਾ। ਉਂਝ ਗੁਰਬਾਣੀ ਵਿੱਚ ਜਪ ਬੜੇ ਤਰ੍ਹਾਂ ਦਾ ਹੈ, ਜਪਜੀ ਸਾਹਿਬ ਇੱਕੋ ਹੀ ਹੈ। ਹੁਣ ਜਪ ਦਾ ਸੰਬੰਧ ਮੂੰਹ ਨਾਲ ਵੀ ਹੈ, ਜਪ ਦਾ ਸੰਬੰਧ ਮਨ ਨਾਲ ਵੀ ਹੈ, ਜਪ ਦਾ ਸੰਬੰਧ ਬੰਦੇ ਦੇ ਸਰੀਰ ਦੇ ਵਾਲਾਂ ਨਾਲ, ਰੋਮਾਂ ਨਾਲ ਵੀ ਹੈ। ਅਸੀਂ ਜਦੋਂ ਪਾਠ ਕਰਨੇ ਆ, ਰਸਨਾ ਜਪੀਐ ਏਕ ਨਾਮ, ਇਹਦਾ ਸੰਬੰਧ ਜੀਭ ਨਾਲ। ਜਦੋਂ ਅਸੀਂ ਪਾਠ ਕਰਨੇ ਆ, ਗੁਰਮੁਖ ਰੋਮ ਰੋਮ ਹਰ ਧਿਆਵੈ, ਇਹਦਾ ਰੋਮ ਰੋਮ ਨਾਲ। ਜਦੋਂ ਪਾਠ ਕਰਨੇ ਆ, ਬਿਨ ਜੇਵਾ ਜੋ ਜਪੈ ਹਿਆਏ, ਇਹਦਾ ਮਤਲਬ ਹੋ ਗਿਆ ਤੂੰ ਜਪ ਪਿਆਰਿਆ ਉਹਨੂੰ। ਕਿਸ ਨੂੰ ਜੀ? ਮੈਂ ਅੱਜ ਥੋੜ੍ਹੇ ਜਿਹੇ ਅੱਖਰੀ ਅਰਥ ਕਰ ਜਾਣਾ, ਫਿਰ ਅਸੀਂ ਆਪਾਂ ਡਿਟੇਲ ਨਾਲ ਦੇਖਾਂਗੇ। ਜਪ ਮਹਾਰਾਜ ਕਿਸ ਨੂੰ? ਆਦ ਸੱਚ। ਫਿਰ ਬੇਨਤੀ, ਇਹ ਸਮਝੋ ਕਿ ਉੱਪਰ ਵਾਲਾ ਜਿਹੜਾ ਸਤਨਾਮ ਅਕਾਲ ਮੂਰਤ ਹੈ ਨਾ, ਇਹ ਉਹਦੇ ਅਰਥ ਕਰ ਰਿਹਾ ਸ਼ਲੋਕ। ਆਦ ਸੱਚ, ਆਦ ਦਾ ਲਫ਼ਜ਼ੀ ਅਰਥ ਹੈ ਮੁੱਢ, ਆਰੰਭ, ਸ਼ੁਰੂਆਤ। ਹੁਣ ਇਹਦੇ ਅਰਥ ਜਦੋਂ ਗੁਰਮੁਖ ਕਰਦੇ ਆ, ਇਹ ਅਰਥ ਨਹੀਂ ਕਰਾਂਗੇ ਕਿ ਆਦ ਸੱਚ ਦਾ ਅਰਥ ਹੈ ਰੱਬ ਆਦ ਤੋਂ ਸੱਚਾ ਹੈ, ਪਰਮਾਤਮਾ ਆਪਣੇ ਆਦ ਤੋਂ ਸੱਚਾ, ਇਹ ਨਹੀਂ ਹੋਣਗੇ। ਕਿਉਂਕਿ ਕੁਦਰਤ ਦਾ ਨੇਮ ਹੈ, ਜਿਹਦਾ ਆਦ ਬਣਨਾ ਉਹਦਾ ਅੰਤ ਜ਼ਰੂਰ ਹੋਣਾ ਹੈ, ਇਹ ਕੋਈ ਰੋਕ ਹੀ ਨਹੀਂ ਸਕਦਾ। ਆਦ ਸੱਚ, ਸੱਚ ਦਾ ਅਰਥ ਵਾਹਿਗੁਰੂ ਏਕ ਓਂਕਾਰ। ਆਦ ਦਾ ਅਰਥ ਜਦੋਂ ਕੁਛ ਵੀ ਨਹੀਂ ਰਚਿਆ,
ਜਿਹਨੂੰ ਮਹਾਰਾਜ ਕਹਿੰਦੇ ਆ ਅਰਬਦ ਨਰਬਦ ਧੁੰਦੂ ਕਾਰਾ ਧਰਨ ਨਾ ਗਗਨਾ ਹੁਕਮ ਅਪਾਰਾ ਨਾ ਦਿਨ ਰਹਿਣ ਚੰਦ ਨਾ ਸੂਰਜ ਸੁਨ ਸਮਾਦ ਲਗਾਏ ਦਾ ਸ੍ਰਿਸ਼ਟੀ ਦੇ ਆਦ ਤੋਂ ਪਹਿਲਾਂ ਵੀ ਜਿਹੜਾ ਮੌਜੂਦ ਹੈ ਤੂੰ ਉਹਨੂੰ ਜਪ ਜਿਹੜਾ ਸਭ ਤੋਂ ਪਹਿਲਾਂ ਪਿਆ ਹੋਇਆ ਹੈ। ਹੁਣ ਇੱਥੇ ਰੱਬ ਦਾ ਆਦ ਨਹੀਂ, ਜੇ ਉਹਦਾ ਆਦ ਕਰਾਂਗੇ ਪਰ ਇੱਕ ਪਾਠ ਸੀ ਕਰਨੇ ਆਦ ਅੰਤ ਏਕੈ ਅਵਤਾਰਾ ਸੋਈ ਗੁਰੂ ਸਮਝਿਓ ਮਾਰਾ। ਉਹਦਾ ਆਦ ਅੰਤ ਦਾ ਅਰਥ ਹੈ ਸਾਡੇ ਆਦ ਵਿੱਚ ਵੀ ਉਹਨੇ ਰੱਖਿਆ, ਸਾਡੇ ਅੰਤ ਵਿੱਚ ਵੀ ਉਹਨੇ ਰੱਖਣਾ। ਜਿਹਨੂੰ ਆਪ ਪੜ੍ਹਦੇ ਹੋ ਆਦ ਪੂਰਨ ਮਦ ਪੂਰਨ ਅੰਤ ਪੂਰਨ ਪਰਮੇਸ਼ਰ ਹੈ। ਆਦ ਸੱਚ ਸ੍ਰਿਸ਼ਟੀ ਦੇ ਮੁੱਢ ਤੋਂ ਜਦੋਂ ਸ੍ਰਿਸ਼ਟੀ ਨਹੀਂ ਬਣੀ ਉਹ ਪਹਿਲਾਂ ਵੀ ਉਸ ਤੋਂ ਪਹਿਲਾਂ ਵੀ ਮੌਜੂਦ ਹੈ, ਸੱਚ ਹੈ। ਤੇ ਅੱਗੇ ਸ਼ਬਦ ਆ ਗਿਆ ਜੁਗਾਦ। ਇਹ ਦੋ ਪਾਠ ਨੇ ਜੀ, ਜੁਗ ਆਦ। ਜੁਗ ਦਾ ਅਰਥ ਹੈ ਟਾਈਮ, ਆਦ ਦਾ ਅਰਥ ਹੈ ਮੁੱਢ। ਜੁਗ ਆਦ ਦਾ ਅਰਥ ਹੋ ਗਿਆ ਜਿਹੜਾ ਟਾਈਮ ਤੋਂ ਪਹਿਲਾਂ ਵੀ ਸੱਚ ਹੈ। ਫਿਰ ਬੇਨਤੀ ਸੁਣਿਓ, ਟਾਈਮ ਤਾਂ ਬਣਿਆ ਆ ਸੂਰਜ ਆਇਆ ਵਿਸ਼ ਵਿੱਚ ਅਸਿਆਂ ਘੜੀਆਂ ਪੈਰਾਂ ਥਿੱਤੀ ਵਾਰੀ ਮਾਂ ਹੋਵਾ ਸੂਰਜ ਏਕੋ ਰੁੱਤ ਅਨੇਕ ਨਾਨਕ ਕਰਤੇ ਕੇ। ਇਹ ਜਿਹੜੇ ਵੇਸ਼ ਬਣਾਏ ਉਹ ਤਾਂ ਪਹਿਲਾਂ ਹੀ ਬੈਠਾ ਹੋਇਆ, ਉਹਨੇ ਵੇਸ਼ ਬਣਾਇਆ ਨਾ। ਜੁਗਾਦ ਦਾ ਅਰਥ ਹੈ ਜੁਗ ਦਾ ਆਦ, ਸਮੇਂ ਦਾ ਆਦ ਜਿਹੜਾ ਸੱਚ ਯੁੱਗ ਤੋਂ ਵੀ ਪਹਿਲਾਂ ਹੈ। ਆਦ ਸੱਚ, ਜੁਗਾਦ ਸੱਚ। ਤੇ ਉਹ ਸੱਚ ਕਦੀ ਪੁਰਾਣਾ ਨਹੀਂ ਹੁੰਦਾ। ਸੱਚ ਪੁਰਾਣਾ ਹੋਵੇ ਨਹੀਂ, ਸੀਤਾ ਕਦੇ ਨਾ ਪਾਟੇ। ਉਹ ਸੱਚ ਪੁਰਾਣਾ ਨਾ ਥੀ ਹੈ। ਚਲੋ ਸ਼ਬਦ ਆਪਾਂ ਪਾਉਂਦੇ ਹਾਂ। ਹੁਣ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਜਿਹੜਾ ਏਕ ਓੰਕਾਰ ਗੁਰੂ ਨਾਨਕ ਸਾਹਿਬ ਵੇਲੇ ਸੀ ਅੱਜ ਵੀ ਹੈ। ਹੁਣ ਆਪਾਂ ਕਈ ਵਾਰੀ ਕਹਿ ਦੇਣਾ ਨਹੀਂ ਬਾਬਾ ਜੀ ਦੇ ਵੇਲੇ ਬਹੁਤ ਚੰਗਾ ਸੀ। ਮੈਂ ਇੱਕ ਬੇਨਤੀ ਕਰਾਂ, ਕੰਮ ਉਦੋਂ ਵੀ ਇਹੀ ਸੀ, ਚੰਗਾ ਮੰਦਾ ਕੋਈ ਨਹੀਂ ਸੀ। ਜਿਹਨਾਂ ਤੱਤੀ ਤਵੀ ਤੇ ਬਿਠਾ ਤੋ ਚੰਗੇ ਸਨ। ਇਹ ਰਚਨਾ 'ਚ ਚੱਲ ਰਿਹਾ ਹੈ। ਗੁਰੂ ਜੀ ਕਹਿੰਦੇ ਆ ਜਿਹੜਾ ਮੁੱਢ ਤੋਂ ਸੱਚ ਹੈ, ਜਿਹੜਾ ਟਾਈਮ ਤੋਂ ਪਹਿਲਾਂ ਸੱਚ ਹੈ, ਉਹ ਅੱਜ ਵੀ ਸੱਚ ਹੈ। ਪਰ ਪ੍ਰੈਜੈਂਟ ਵੀ ਉਹਨੂੰ ਟਾਈਮ 'ਚ ਨਾ ਬੰਨੀ, ਉਹ ਟਾਈਮ 'ਚ ਵੱਜਦਾ ਹੀ ਨਹੀਂ। ਤੇ ਗੁਰੂ ਸਾਹਿਬ ਨੇ ਇੱਥੇ ਫਿਰ ਆਪਣਾ ਸ਼ਬਦ ਵਰਤਿਆ, ਨਾਨਕ ਹੋਸੀ ਭੀ ਸੱਚ। ਜਿਹਦਾ ਭਵਿੱਖ ਟਾਈਮ ਹੈ ਉਦੋਂ ਵੀ ਉਹ ਸੱਚ ਹੋਵੇਗਾ। ਮੇਰੇ ਕਹਿਣ ਤੋਂ ਮੁਰਾਦ ਅਸੀਂ ਜਪ ਸ਼ੁਰੂ ਕਰ ਦਿੱਤਾ ਅੱਜ। ਗੁਰੂ ਸਾਹਿਬ ਮਿਹਰ ਕਰਨ ਕੱਲ ਤੋਂ ਆਪਾਂ ਇੱਕ ਤਾਂ ਇਸ ਜਪ ਬਾਰੇ ਮੈਂ ਜ਼ਰੂਰ ਬੇਨਤੀ ਕਰਨੀ ਹੈ, ਕਿਉਂਕਿ ਜਪ ਦੀਆਂ ਕੁਝ ਜਪਣਾ ਹੈ ਨਾ ਜੀ, ਇਹਦੇ ਲਈ ਕੁਝ ਸਰੀਰਕ ਬੰਦਸ਼ਾਂ ਨੇ, ਉਹ ਬਹੁਤ ਜ਼ਰੂਰੀ ਨੇ। ਕੁਝ ਜਪਣ ਦੀਆਂ ਵੱਖ-ਵੱਖ ਅਵਸਥਾਵਾਂ ਨੇ, ਪਰ ਇਹ ਸਭ ਕੁਝ ਕਹਿਣ ਦੇ ਬਾਵਜੂਦ ਵੀ ਗੁਰਪ੍ਰਸਾਦ ਨਹੀਂ ਭੁੱਲਣਾ। ਗੁਰਪ੍ਰਸਾਦ ਕੱਲ੍ਹ ਨੂੰ ਅਸੀਂ ਅੱਗੇ 2 ਪੌੜੀਆਂ ਮੈਂ ਯਤਨ ਕਰਾਂਗਾ। ਅਸਲ 'ਚ ਕੀ ਹੈ ਆਪ ਜੀ ਦੇਖੋਗੇ 38 ਦੀਆਂ 38 ਪੌੜੀਆਂ ਜਿਵੇਂ ਆ ਡੰਡੇ ਨਹੀਂ ਹੁੰਦੇ। ਮੈਂ ਇੱਕ ਵਾਰੀ ਪਿੱਛੇ ਜੇ ਕਿਹਾ ਸੀ ਇੱਕ ਪੌੜੀ ਦਾ ਡੰਡਾ ਪਕੜੋ ਤੇ ਉਹ ਦੂਜੀ ਪੌੜੀ ਡੰਡੇ ਤੇ ਪਹੁੰਚਾ ਦਿੰਦਾ। ਬਿਲਕੁਲ ਤੁਸੀਂ ਦੇਖੋਗੇ ਇੱਕ ਪੌੜੀ ਖਤਮ ਹੋਵੇਗੀ, ਉਹ ਕਹੇਗੀ ਮੇਰੀ ਵਿਆਖਿਆ ਅਗਲੀ ਪੌੜੀ 'ਚ ਪੜ੍ਹ, ਅਗਲੀ ਪੌੜੀ ਕਹੇਗੀ ਇਸ ਤੋਂ ਅੱਗੇ ਚੱਲ। ਇਹ ਆਪਾਂ ਆਉਣ ਵਾਲੇ ਦਿਨਾਂ 'ਚ ਵੇਖਾਂਗੇ। ਪਰ ਗੁਰਮੁਖੋ ਤੁਸੀਂ ਮੇਰੀ ਬੇਨਤੀ ਹੈ, ਜਿਨ੍ਹਾਂ ਅੱਜ ਤੀਕਰਾਂ ਜਪਜੀ ਸਾਹਿਬ ਨੇ ਨਾ ਪੜ੍ਹਿਆ, ਸੱਚੀ ਮੈਨੂੰ ਸਭ ਤੋਂ ਵੱਡੀ ਤੁਹਾਡੀ ਖੁਸ਼ੀ ਹੋਵੇਗੀ। ਕਿਉਂਕਿ ਬੰਦਾ ਵੱਧ ਤੋਂ ਵੱਧ ਕਹਿੰਦਾ ਸ਼ੌਹਰਤ ਨਾਮ ਪੈਸਾ ਇਹ, ਮੈਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਕਹਿਣਾ ਕਿਸੇ ਚੀਜ਼ ਦੀ ਕਮੀ ਨਹੀਂ। ਸਿਰਫ ਇੱਕ ਕਿਰਪਾ ਕਰਿਓ, ਜਿਨ੍ਹਾਂ ਨੇ ਕਦੀ ਜਪਜੀ ਸਾਹਿਬ ਨੇ ਨਾ ਪੜ੍ਹਿਆ ਸਵੇਰੇ ਉੱਠ ਕੇ ਜਪਜੀ ਸਾਹਿਬ ਜ਼ਰੂਰ ਪੜ੍ਹਿਆ ਜੇ। ਫਿਰ ਤੁਸੀਂ ਜਿਹੜੇ ਅਸੀਂ ਕਰਨੇ ਨੇ ਕਥਾ, ਮੈਂ ਭਾਈ ਸਾਹਿਬ ਨੂੰ ਕੱਲ੍ਹ ਕਹਾਂਗਾ ਵੀ ਉੱਤੇ ਸਕਰੀਨ ਦੇ ਤੁਕਾਂ ਚਲਾਈ ਜਾਓ, ਕਿਉਂ ਉਹਦੇ ਨਾਲ ਸੁਖੈਨਤਾ ਆ ਜਾਏਗੀ। ਤੇ ਸਾਨੂੰ 2-2 3-3 ਪੌੜੀਆਂ ਆਪਾਂ ਗੁਰੂ ਸਾਹਿਬ ਮਿਹਰ ਕਰਨ ਜਿੰਨੇ ਦਿਨ ਕਥਾ ਹੈ ਇਹ ਵਿਚਾਰ ਕਰ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।